ਗੁਰੂ ਵਾਹਿਗੁਰੂ ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਚੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗ ਸੀਸਾ ਏਕੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਹੈ ਵਿਨਾਸ਼ਨ ਸੋਏ ਦੋਹਰਾ ਸੁਣ ਕੇ ਭਣਤ ਬਿਸੰਬਰ ਦਾਸ ਹੇ ਸੁਤ ਕੂਰੋ ਤਨ ਹਵਨਾਸ਼ ਕਹਾ ਦਰਬ ਕੋ ਔਰ ਹੰਕਾਰ ਜਿਸ ਕੋ ਬਿਨਸਤ ਲਗੇ ਨਾ ਬਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਸੀ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਪਿਛਲੇ ਦਿਨੀ ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ, ਜਿਸ ਵੇਲੇ ਮਿਸ਼ੰਬਰ ਦਾਸ ਦਾ ਪੁੱਤਰ ਹਰਗੋਪਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਾਸੋਂ ਵਾਪਸ ਚਲਿਆ ਗਿਆ ਔਰ ਗੁਰੂ ਦਾ ਬਖਸ਼ਿਆ ਜਿਹੜਾ ਸ਼ਬਦ ਸੀ ਉਹ ਰਸਤੇ ਵਿੱਚ ਧਿਆਨ ਸਿੰਘ ਨੂੰ ਵੇਚ ਗਿਆ। ਔਰ ਜਦ ਘਰੇ ਪਹੁੰਚਿਆ ਪਿਤਾ ਨੇ ਪੁੱਛਿਆ ਗੁਰੂ ਸਾਹਿਬ ਨੇ ਕੀ ਕਿਰਪਾ ਕੀਤੀ ਹੈ, ਤੇ ਫਿਰ ਇਸ ਨੇ ਆਪਣੀ ਮਨਮਤ ਮੁਤਾਬਕ ਸਾਰੀ ਗੱਲ ਜੋ ਦੱਸਣੀ ਕੀਤੀ। ਇਹਦਾ ਪਿਤਾ ਬੜਾ ਦੁਖੀ ਹੋਇਆ, ਗੁੱਸੇ ਹੋਇਆ ਕਿ ਤੂੰ ਬਹੁਤ ਗਲਤ ਕੰਮ ਕੀਤਾ, ਇਹ ਠੀਕ ਨਹੀਂ ਕੀਤਾ। ਉਹ ਕਹਿਣ ਲੱਗਿਆ ਦੇਖ ਤਾਂ ਬਾਪੂ ਮੈਂ 600 ਦਾ 3000 ਬਣਾ ਕੇ ਲਿਆਇਆ, ਤੇ ਪਿਤਾ ਕਹਿਣ ਲੱਗਿਆ ਇਹ ਮਾਇਆ ਖਤਮ ਹੋਣ ਵਾਲੀ ਹੈ। ਗੁਰੂ ਦਾ ਸ਼ਬਦ ਜਿਹੜਾ ਹੈ ਉਹ ਹਮੇਸ਼ਾ ਰਹਿਣ ਵਾਲਾ ਹੈ, ਬਲਕਿ ਦਰਗਾਹ ਦੇ ਵਿੱਚ ਵੀ ਉਸਨੇ ਸਾਥ ਦੇਣਾ। ਜਿਹੜਾ ਤੂੰ ਰੁਪਈਆਂ ਦੇ ਲਾਲਚ ਵਿੱਚ ਧਿਆਨ ਸਿੰਘ ਨੂੰ ਦੇ ਆਇਆ ਹੈ, ਵੇਚ ਆਇਆ, ਚੱਲ ਮੇਰੇ ਨਾਲ ਚੱਲ, ਆਪਾਂ ਦੁਆਰੇ ਦੋਨੇ ਚੱਲਦੇ ਹਾਂ ਔਰ ਗੁਰੂ ਸਾਹਿਬ ਦੇ ਕੋਲੋਂ ਉਹ ਸ਼ਬਦ ਲੈ ਕੇ ਆਉਂਦੇ ਹਾਂ ਜਾਂ ਧਿਆਨ ਸਿੰਘ ਤੋਂ ਲੈ ਕੇ ਆਉਂਦੇ ਹਾਂ। ਹੁਣ ਇਹ ਦੋਨੇ ਪਿਤਾ ਪੁੱਤਰ ਆਪਣੇ ਨਗਰ ਉਜੈਨ ਦੇ ਵਿੱਚ, ਇਹਨਾਂ ਦਾ ਨਗਰ ਹੈ ਗਿਆ ਜੀ, ਵੱਡਾ ਸ਼ਹਿਰ ਉਜੈਨ ਹੈ, ਗਿਆ ਜੀ ਦੇ ਇਹ ਰਹਿਣ ਵਾਲੇ ਹਨ। ਉੱਥੋਂ ਦੁਬਾਰਾ ਫਿਰ ਚੱਲੇ ਔਰ ਫਿਰ ਪਾਤਸ਼ਾਹ ਜੀ ਦੇ ਕੋਲ ਜਦ ਪਹੁੰਚਦੇ ਆ ਕੀ ਵਿਚਾਰਾਂ ਹੁੰਦੀਆਂ, ਇਹ ਆਪਾਂ ਹੁਣ ਆਰੰਭ ਕਰਕੇ ਸਰਵਣ ਕਰਾਂਗੇ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਸੁਣ ਕੇ ਭਣਤ ਬਿਸੰਬਰ ਦਾਸ ਹੇ ਸੁਤ ਕੂਰੋ ਤਨ ਹੈ ਵਿਨਾਸ਼। ਜਦ ਹਰਗੋਪਾਲ ਨੇ ਕਿਹਾ ਪਿਤਾ ਜੀ ਉਹ ਤਾਂ ਵੈਸ਼ਨੂ ਨਹੀਂ ਹਨ, ਉਹ ਤਾਂ ਸ਼ਿਕਾਰ ਖੇਡਦੇ ਹਨ, ਮੈਂ ਦੇਖਿਆ ਆਪਣੀ ਅੱਖਾਂ ਦੇ ਨਾਲ, ਤੇ ਫਿਰ ਉਹਨਾਂ ਨੂੰ ਗੁਰੂ ਬਣਾਉਣ ਦਾ ਕੀ ਫਾਇਦਾ, ਇਸ ਕਰਕੇ ਮੈਂ ਤਾਂ ਉੱਥੋਂ ਆ ਗਿਆ ਹਾਂ। ਔਰ ਇੱਕ ਸਿੱਖ ਟੱਕਰ ਗਿਆ ਮੈਨੂੰ, ਉਹ ਮੈਨੂੰ ਕਹਿਣ ਲੱਗਿਆ ਜਿਹੜਾ ਸ਼ਬਦ ਤੈਨੂੰ ਗੁਰੂ ਸਾਹਿਬ ਨੇ ਕਿਹਾ ਉਹ ਮੈਨੂੰ ਕਹਿ ਦੇ, ਮੈਂ ਤੈਨੂੰ 600 ਰੁਪਈਆ ਦੇ ਦਿੰਦਾ। ਉਹਨੇ 605 ਦਿੱਤਾ ਔਰ ਮੈਂ ਉਹ 605 ਦਾ ਵਪਾਰ ਕੀਤਾ ਹੀਰੇ ਜਵਾਹਰਾਤਾਂ ਦਾ। ਆਹ ਦੇਖ 3000 ਬਣਾ ਲਿਆਇਆ।
ਤਾਂ ਉਸ ਦਾ ਪਿਤਾ ਕਹਿਣ ਲੱਗਿਆ, ਪੁੱਤਰਾ ਇਹ ਝੂਠਾ ਧਨ ਹੈ, ਇਹ ਨਾਸ਼ ਹੋਣ ਵਾਲਾ ਹੈ। ਕਹਾਂ ਦਰਬ ਕੋ ਅਹੰਕਾਰ, ਜਿਸ ਕੋ ਬਿਨਸਤ ਲਗੇ ਨਾ ਬਾਰ। ਇਸ ਮਾਇਆ ਦਾ ਕਾਹਦਾ ਹੰਕਾਰ ਹੈ, ਜਿਸ ਨੂੰ ਖਤਮ ਹੁੰਦਿਆਂ ਬਾਰ ਹੁੰਦਾ ਸਮਾਂ, ਥੋੜਾ ਵੀ ਸਮਾਂ ਨਹੀਂ ਲੱਗਦਾ। ਜਿਵੇਂ ਆਮ ਕਹਾਵਤ ਹੈ, ਇਹ ਮਾਇਆ ਤਾਂ ਹੱਥਾਂ ਦੀ ਮੈਲ ਭਾਵ ਆਉਂਦੀ ਜਾਂਦੀ ਰਹਿੰਦੀ ਹੈ, ਦਰਖਤ ਦੀ ਧੁੱਪ ਛਾਂ ਵਰਗੀ ਹੈ, ਕਦੇ ਇੱਧਰ ਤੇ ਕਦੇ ਉਧਰ। ਸਾਚਾ ਸਤਿਗੁਰ ਪੂਰਨ ਮੇਰਾ, ਤੈਂ ਦੁਰਾਸ ਤਰ ਉਰ ਮੈਂ ਹੀਰਾ। ਔਰ ਤੂੰ ਜਿਹੜਾ ਹੈ ਗੁਰੂ ਤੇ ਦੁਰ ਆਸ, ਮਾੜੀ ਆਸ ਰੱਖ ਲਈ, ਮਾੜੀ ਸੋਚ ਰੱਖ ਲਈ ਹੈ। ਤੂੰ ਗੁਰੂ ਨੂੰ ਸਮਝ ਨਹੀਂ ਸਕਿਆ। ਮੇਰਾ ਸਤਿਗੁਰੂ ਤਾਂ ਸੱਚਾ ਹੈ, ਸਰਬ ਕਲਾ ਸਮਰੱਥ ਹੈ ਜੀ। ਬੁੱਧ ਤਾਵਲੀ ਹੈ ਬਹੁ ਤੇਰੀ, ਮਤ ਨਿੰਦਾ ਕਰ ਸ਼੍ਰੀ ਪ੍ਰਭ ਕੇਰੀ। ਇਸ ਕਰਕੇ ਤੇਰੀ ਮਤ ਚੰਗੀ ਨਹੀਂ ਹੈ, ਤੇਰੀ ਮਤ ਮਾੜੀ ਹੈ। ਤੂੰ ਉਤਾਵਲਾ ਚੰਚਲ ਹੈ, ਇਸ ਕਰਕੇ ਤੂੰ ਹੁਣ ਗੁਰੂ ਸਾਹਿਬ ਦੇ ਬਾਰੇ ਬੋਲਣਾ ਬੰਦ ਕਰ। ਜੇਕਰ ਤੂੰ ਮੇਰੇ ਸੰਗ ਚੱਲੈ, ਸਰਲ ਰਿਦਾ ਕਰ ਗੁਰ ਸੰਗ ਮਿਲੈ। ਤੂੰ ਐਦਾਂ ਕਰ, ਮੇਰੇ ਨਾਲ ਚੱਲ, ਸਰਲ ਰਿਦਾ ਕਰਕੇ ਭਾਵ ਸਿੱਧਾ ਹੋ ਕੇ ਮਨ ਦੇ ਵਿੱਚ ਸ਼ਰਧਾ ਭਾਵਨਾ ਲੈ ਕੇ ਮੇਰੇ ਨਾਲ ਚੱਲਣਾ ਕਰ, ਦੁਬਾਰਾ ਮਿਲੀਏ ਜੀ। ਕਉ ਬਿਸ਼ਰਾਮ ਪਾਏ ਤਨ ਤੇਰਾ, 4 ਦਿਵਸ ਜੀਵਨ ਜਗ ਕੀਰਾ। ਔਰ ਫਿਰ ਤੈਨੂੰ ਆਤਮਿਕ ਸੁੱਖ ਸ਼ਾਂਤੀ ਵੀ ਪ੍ਰਾਪਤ ਹੋਵੇਗੀ। ਜਿਹੜੀ 4 ਦਿਨਾਂ ਦੀ ਜ਼ਿੰਦਗੀ ਆ ਉਹ ਗੁਰੂ ਦੀ ਕਿਰਪਾ ਨਾਲ ਕੱਟਣੀ ਚਾਹੀਏ। ਧਨ ਕੋ ਦੇਖ ਕਹਾਂ ਤੋ ਭੂਲਾ, ਖੋ ਸਕਲ ਵਿਆਜ ਸਨ ਮੂਲਾ। ਔਰ ਤੂੰ ਇਹ 600 ਰੁਪਏ ਨੂੰ ਦੇਖ ਕੇ ਗੁਰੂ ਦੀ ਮੱਤ ਨੂੰ ਬਖਸ਼ ਭੁੱਲ ਗਿਆ ਹੈ। ਔਰ ਤੂੰ 600 ਰੁਪਈਆ ਲੈ ਕੇ ਜਿਹੜਾ ਆਤਮਿਕ ਧਨ ਸੀ ਉਹ ਸਮੇਤ ਵਿਆਜ ਹੀ ਦੇ ਦਿੱਤਾ ਹੈ, ਗਵਾ ਦਿੱਤਾ ਹੈ। ਤੇ ਆਦਿਕ ਕਹਿ ਕਹਿ ਸਮਝਾਇਓ, ਹਰ ਗੋਪਾਲ ਕਿਉਂ ਨਾ ਮਨ ਲਿਲਾਇਓ। ਔਰ ਇਸ ਦੇ ਪਿਤਾ ਨੇ ਆਪਣੇ ਪੁੱਤਰ ਹਰਗੋਪਾਲ ਨੂੰ ਬਹੁਤ ਵਾਰੀ ਸਮਝਾਉਣਾ ਕੀਤਾ, ਪਰ ਉਹਦੇ ਮਨ ਨੂੰ ਗੱਲ ਜੱਚਦੀ ਨਹੀਂ ਹਲੇ। ਗੁਰ ਸ਼ਰਦਾ ਹਰ ਭਾਉ ਬਹੀਨਾ, ਉਪਦੇਸ਼ ਨਾ ਠਹਿਰਾਵਨ ਕੀਨਾ। ਔਰ ਉਸੇ ਤਰ੍ਹਾਂ ਹੀ ਜਿਵੇਂ ਟਿੱਬਿਆਂ ਉੱਤੇ ਪਾਣੀ ਨਹੀਂ ਖੜਦਾਗਾ, ਗੁਰੂ ਪਿਆਰਿਓ, ਗੁਰੂ ਦੀ ਸ਼ਰਧਾ ਤੇ ਪ੍ਰੇਮ ਤੋਂ ਖਾਲੀ ਹਿਰਦੇ ਵਿੱਚ ਵੀ ਗੁਰੂ ਦਾ ਸ਼ਬਦ ਨਹੀਂ ਰਹਿੰਦਾ ਜੀ। ਕਰੇ ਮੌਣ ਪਿਤ ਜਾਨੀ ਮਨ ਮੈਂ, ਪਰੇ ਆਪਦਾ ਕੀਤਕ ਦਿਨ ਮੈਂ। ਪੁੱਤਰ ਨੇ ਗੱਲ ਨਹੀਂ ਮੰਨੀ ਹਲੇ, ਤੇ ਜਦੋਂ ਗੱਲ ਨਾ ਮੰਨੀ ਦੁਬਾਰਾ ਜਾਣ ਵਾਲੀ, ਤੇ ਪਿਤਾ ਨੂੰ ਪਤਾ ਲੱਗਿਆ ਆਉਣ ਵਾਲੇ ਸਮੇਂ ਦਾ ਕਿ ਜਲਦੀ ਹੀ ਸਾਡੇ ਤੇ ਕੋਈ ਵੱਡੀ ਆਪਦਾ ਵਿਪਤਾ ਪਵੇਗੀ। ਜਿਹੜਾ ਅਸੀਂ ਗੁਰੂ ਦਾ ਪੱਲਾ ਛੱਡ ਦਿੱਤਾ ਹੈ, ਸ਼ਬਦ ਛੱਡ ਦੇਣਾ, ਪੱਲਾ ਛੱਡ ਦੇਣਾ ਹੈ। ਜਿਹੜਾ ਅਸੀਂ ਗੁਰੂ ਦਾ ਸ਼ਬਦ ਵੇਚ ਦਿੱਤਾ ਹੈ ਮੇਰੇ ਪੁੱਤਰ ਨੇ, ਇਸ ਦੀ ਵਿਪਤਾ ਸਾਰੇ ਪਰਿਵਾਰ ਤੇ ਪਵੇਗੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਦਿਨ ਸਾਰੇ ਸਿੱਖਾਂ ਦੇ ਸਾਹਮਣੇ ਕੌਤਕ ਕੀਤਾ। ਆਪਣੇ ਸਿੱਖ ਆਲਮ ਸਿੰਘ ਨੂੰ ਕਹਿਣ ਲੱਗੇ, ਭਾਈ ਸਾਹਿਬ ਉੱਥੋਂ ਇੱਕ ਪਾਣੀ ਦੀ ਬਾਲਟੀ ਭਰ ਕੇ ਲਿਆਓ। ਲਿਆ ਕੇ ਸਤਿਗੁਰਾਂ ਦੇ ਆਸਣ ਕੋਲ ਰੱਖ ਦਿੱਤੀ ਹੈ। ਪਾਤਸ਼ਾਹ ਨੇ ਆਸਣ ਤੋਂ ਇੱਕ ਚਿੱਟੇ ਰੰਗ ਦਾ ਪੱਥਰ ਚੱਕਿਆ। ਕਹਿੰਦੇ ਆ ਕੀ ਹੈ? ਕਹਿੰਦੇ ਜੀ ਇਹ ਪੱਥਰ ਹੈ। ਪਾਤਸ਼ਾਹ ਨੇ ਹੱਥ ਉੱਤੇ ਰੱਖ ਕੇ ਪਾਣੀ ਵਿੱਚ ਕੀਤਾ। ਕਹਿੰਦੇ ਫਿਰ ਡੁੱਬਦਾ ਕਿਉਂ ਨਹੀਂ ਇਹ? ਕੋਈ ਕਹਿੰਦਾ ਤੁਹਾਡੇ ਹੱਥ ਉੱਤੇ ਪਿਆ ਜੀ, ਪੱਥਰ ਤਾਂ ਡੁੱਬ ਜਾਂਦੇ ਆ, ਵੈਸੇ ਤੁਹਾਡੇ ਹੱਥ ਦਾ ਸਹਾਰਾ ਇਸ ਨੂੰ, ਇਸ ਕਰਕੇ ਡੁੱਬ ਨਹੀਂ ਰਿਹਾ। ਪਾਤਸ਼ਾਹ ਨੇ ਹੱਥ ਖਿੱਚ ਲਿਆ, ਪੱਥਰ ਡਿੱਗ ਪਿਆ, ਬਾਲਟੀ ਵਿੱਚ ਡੁੱਬ ਗਿਆ। ਕਹਿੰਦੇ ਹੁਣ ਕਿਉਂ ਡੁੱਬ ਗਿਆ? ਔਰ ਕਹਿਣ ਲੱਗੇ ਜੀ ਤੁਸੀਂ ਹੱਥ ਵਿੱਚੋਂ ਖਿੱਚ ਲਿਆ, ਇਸ ਕਰਕੇ ਉਹ ਡੁੱਬ ਗਿਆ। ਕੋਈ ਕਹਿੰਦਾ ਜੀ ਪੱਥਰ ਡੁੱਬਦੇ ਹੀ ਹੁੰਦੇ ਆ, ਇਹ ਭਾਰੀ ਸੀਗਾ। ਭਾਈ ਨੰਦ ਲਾਲ ਜੀ ਨੂੰ ਅਖੀਰ ਤੇ ਪੁੱਛਦੇ ਆ, ਕਹਿੰਦੇ ਨੰਦ ਲਾਲ ਤੂੰ ਦੱਸ ਕਿਉਂ ਡੁੱਬ ਗਿਆ? ਕਹਿਣ ਲੱਗਾ ਜੀ ਇਹਨੇ ਤੁਹਾਡਾ ਹੱਥ ਛੱਡ ਦਿੱਤਾ, ਇਸ ਕਰਕੇ ਡੁੱਬ ਗਿਆ। ਕੋ ਸਤਨਾਮ। ਜੇ ਤੁਹਾਡੇ ਪੱਲੇ ਲੱਗਿਆ ਰਹਿੰਦਾ, ਤੁਹਾਡਾ ਹੱਥ ਨਾ ਛੱਡਦਾ, ਇਹ ਕਦੇ ਵੀ ਡੁੱਬਦਾ, ਭਾਵੇਂ ਕਿੱਡਾ ਵੀ ਪਾਪੀ ਸੀ, ਕਿੱਡਾ ਵੀ ਪੱਥਰ ਸੀ। ਇਹ ਕੋ ਸਤਨਾਮ। ਤੋ ਇਸੇ ਤਰ੍ਹਾਂ ਹੀ ਇਹ ਹੁਣ ਪੁਰਾਣਾ ਸਿੱਖ ਹੈ ਬਿਸ਼ੰਬਰ ਦਾਸ ਗੁਰੂ ਕਾ, ਇਹ ਗੁਰੂ ਘਰ ਦੀਆਂ ਰਮਜ਼ਾਂ ਨੂੰ ਸਮਝਦਾ ਹੈ। ਆਪਣੇ ਪੁੱਤਰ ਨੂੰ ਬੜਾ ਸਮਝਾਇਆ, ਪੁੱਤਰ ਨੇ ਨਾ ਗੱਲ ਮੰਨੀ, ਤੇ ਇਸ ਨੇ ਸੋਚ ਲਿਆ, ਜਾਂਚ ਲਿਆ ਬਈ ਹੁਣ ਸਾਡੇ ਤੇ ਕੋਈ ਵੱਡੀ ਆਪਦਾ ਆਉਣ ਵਾਲੀ ਹੈ। ਨਿਜ ਪਤਨੀ ਜਿਤ ਬਹੁ ਬਿਲ ਖਾਵੈ, ਕਛੂ ਪੁੱਤਰ ਪਰ ਬਸ ਨਾ ਬਸਾਵੈ। ਆਪਣੀ ਘਰਵਾਲੀ ਨੂੰ ਬਹੁਤ ਕਹਿੰਦਾ ਕਿ ਸਮਝਾ ਇਸ ਨੂੰ, ਮੂਰਖ ਨੂੰ, ਮੇਰੇ ਨਾਲ ਚੱਲੇ ਤੇ ਮੈਂ ਗੁਰੂ ਸਾਹਿਬ ਨੂੰ ਮਿਲਾਂ।
ਕਿਉਂਕਿ ਉਹਦਾ ਹੁਣ ਇਹਦੇ ਉੱਤੇ ਕੋਈ ਵਾਹ ਨਹੀਂ ਚੱਲਦਾ ਜੀ। ਜਾਗਿਓ ਬਣਜ ਕੋ ਹਰ ਗੋਪਾਲ ਦਿਨ ਪ੍ਰਤ ਹੋ ਦਰਬ ਵਿਸਾਲ। ਹੁਣ ਇਸ ਵਪਾਰੀ ਨੂੰ ਘਾਟਾ ਪੈਣਾ ਸ਼ੁਰੂ ਹੋਇਆ ਦਿਨੋਂ ਦਿਨ। ਹਰਗੋਪਾਲ ਨੂੰ ਜਿਹੜਾ ਕੰਮ ਕਰਦਾ ਉਹਦੇ ਵਿੱਚ ਘਾਟਾ ਪੈ ਜਾਂਦਾ, ਜਿਹੜਾ ਕੰਮ ਕਰਦਾ ਉਹਦੇ ਵਿੱਚ ਘਾਟਾ ਪੈ ਜਾਂਦਾ, ਔਰ ਦਿਨੋਂ ਦਿਨ ਇਸ ਨੂੰ ਘਾਟਾ ਪੈਣ ਲੱਗਿਆ ਜੀ। 10,000 ਕਰ ਬਣਜ ਕਮਾਏ ਗਰਬਿਓ ਦੀਰ ਗੁਰ ਹਰ ਖਾਏ। ਉਹ 3000 ਤੋਂ 10000 ਬਣਾ ਲਿਆ ਸੀ, ਫਿਰ ਬੜਾ ਹੰਕਾਰੀ ਹੋ ਗਿਆ। ਭੂਲ ਗਿਓ ਮੂਰਖ ਅਭਿਮਾਨੀ ਗਤ ਈਸ਼ਵਰ ਕੀ ਨਾਹਿਨ ਜਾਨੀ। ਔਰ ਇਸ ਨੇ ਪਰਮੇਸ਼ਰ ਦੀ ਗਤੀ ਨੂੰ ਸਮਝਣਾ ਨਹੀਂ ਕੀਤਾ, ਜਾਣਨਾ ਨਹੀਂ ਕੀਤਾ, ਆਪਣੇ ਪੈਸੇ ਨੂੰ ਦੇਖ ਕੇ ਹੰਕਾਰ ਵਿੱਚ ਫੁੱਲਿਆ ਫਿਰਦਾ ਹੈ। ਉਨ ਤਨ ਛੀਨ ਹੋਨ ਕੋ ਲਾਗਾ ਤਬ ਗੁਰ ਦਿਸ਼ ਕੋ ਮਨ ਅਨਰਾਗਾ। ਫਿਰ ਇਹਦਾ ਪੈਸਾ ਘਟਣਾ ਸ਼ੁਰੂ ਹੋਇਆ। 3000 ਦਾ ਫਿਰ ਵਪਾਰ ਕੀਤਾ, 10000 ਬਣਾ ਲਿਆ। ਫਿਰ ਕਹਿੰਦਾ ਲੈ ਕੋਈ ਘਾਟਾ ਨਹੀਂ ਪਿਆ, ਵਧੀਆ ਹੋ ਗਿਆ, ਲੈ ਫਿਰ ਪੈਸੇ ਵੱਧ ਗਏ। ਪਰ ਉਸ ਤੋਂ ਬਾਅਦ ਗੁਰੂ ਪਿਆਰਿਓ ਇਸ ਨੂੰ ਘਾਟਾ ਪੈਣਾ ਸ਼ੁਰੂ ਹੋਇਆ ਹੈ ਔਰ ਇਹ ਪਛਤਾਉਣ ਲੱਗਿਆ ਜੀ। ਪਰਿਓ ਪਿਤਾ ਕੇ ਪਗ ਪਰ ਜਾਏ ਰਾਖ ਰਾਖ ਚਲ ਗੁਰ ਸ਼ਰਨਾਏ। ਫਿਰ ਇਹਨੂੰ ਪਤਾ ਲੱਗਿਆ ਕਿ ਮੈਂ ਗੁਰੂ ਦੀ ਸ਼ਰਨ ਵਿੱਚ ਆਵਾਂ, ਫਿਰ ਹੀ ਸਾਡਾ ਭਲਾ ਹੋ ਸਕਦਾ ਹੈ। ਵਾਕਿਆ ਬਾਪੂ ਸਿਆਣਾ ਹੈ। ਜਦੋਂ ਪਈਆਂ ਨਾ ਦਿਮਾਗ ਦੇ ਉੱਤੇ ਆ ਕੇ ਆਫਤਾਂ, ਫਿਰ ਇਹਦਾ ਮਨ ਮੁੜਿਆ ਤੇ ਗੁਰੂ ਨੂੰ ਮਿਲਣ ਨੂੰ ਤਿਆਰ ਹੋਇਆ। ਸਤਿਗੁਰੂ ਅਮਰਦਾਸ ਜੀ ਦੇ ਕੋਲ ਇੱਕ ਮਨੁੱਖ ਆਇਆ, ਕਹਿੰਦਾ ਜੀ ਕੋਈ ਕੰਮ ਨਹੀਂ ਚੱਲਦਾ, ਕਿਰਪਾ ਕਰੋ। ਗੁਰੂ ਅਮਰਦਾਸ ਜੀ ਨੂੰ ਕਹਿੰਦੇ ਦਿੱਲੀ ਵਿੱਚ ਚਲਿਆ ਜਾ, ਦਿੱਲੀ ਵਿੱਚ ਤੇਰਾ ਕੰਮ ਬਹੁਤ ਚੱਲ ਪਵੇਗਾ, ਤੂੰ ਅਮਾਨਤਾਂ ਦਾ ਕੰਮ ਕਰ ਲੈ, ਆਪਣਾ ਜਿਹਨੂੰ ਅਸੀਂ ਅੱਜ ਮਣੀਗ੍ਰਾਮ ਕਹਿੰਦੇ ਆ, ਇਹ ਕੰਮ ਕਰ ਲੈ। ਇਹਨੇ ਇਹ ਕੰਮ ਉੱਥੇ ਜਾ ਕੇ ਸ਼ੁਰੂ ਕਰ ਲਿਆ ਗੁਰੂ ਪਿਆਰਿਓ ਮਣੀਗ੍ਰਾਮ ਦਾ। ਭਾਵ ਫਿਰ ਹੌਲੀ ਹੌਲੀ ਇਸ ਦੇ ਅੱਗੇ ਤੋਂ ਅੱਗੇ ਕੇਂਦਰ ਬਣਦੇ ਗਏ। ਦਿੱਲੀ ਸ਼ਹਿਰ 'ਚ ਪਹਿਲਾਂ ਇਹਨੇ ਕੰਮ ਸ਼ੁਰੂ ਕੀਤਾ, ਫਿਰ ਦਿੱਲੀ ਤੋਂ ਓਲੇ ਵੱਡੇ ਸ਼ਹਿਰ 'ਚ ਇੱਕ ਆਪਣਾ ਹਿੱਸਾ ਬਣਾਤਾ ਕੇਂਦਰ, ਫਿਰ ਅੱਗੇ ਬਣਾਤਾ, ਫਿਰ ਅੱਗੇ ਬਣਾਤਾ। ਇਹਦਾ ਚੰਗਾ ਪੈਸਾ ਲੈਣ ਦੇਣ ਚੱਲ ਪਿਆ। ਕੋ ਸਤਨਾਮ। ਸਤਿਗੁਰੂ ਅਮਰਦਾਸ ਜੀ ਕੋਲ ਇੱਕ ਬ੍ਰਾਹਮਣ ਆ ਗਿਆ, ਪੰਡਤ ਆ ਗਿਆ, ਕਹਿੰਦਾ ਮਹਾਰਾਜ ਜੀ ਮੇਰੀ ਲੜਕੀ ਦੀ ਸ਼ਾਦੀ ਆ, ਕੋਈ ਕਿਰਪਾ ਕਰੋ। ਤੇ ਗੁਰੂ ਅਮਰਦਾਸ ਜੀ ਕਹਿੰਦੇ ਦਿੱਲੀ ਜਾ, ਸਾਡਾ ਇੱਕ ਨਾ ਸਿੱਖ ਹੈ ਉੱਥੇ, ਨਾਂ ਦੱਸਦਾ, ਉਹਦੇ ਕੋਲ ਜਾ ਤੇ ਉਹਨੂੰ ਕਹਿ ਦੇ ਵੀ ਮੈਨੂੰ 50 ਰੁਪਈਏ ਦੇ ਦੇ, ਮੈਂ ਲੜਕੀ ਦਾ ਵਿਆਹ ਕਰਨਾ। ਉਹਨਾਂ ਸਮਿਆਂ ਦੀ ਗੱਲ ਆ। ਕੋ ਸਤਨਾਮ। ਪਾਤਸ਼ਾਹ ਦਾ ਹੁਕਮ ਮੰਨ ਕੇ ਕਹਿੰਦੇ ਉਹ ਸੇਠ ਦਾ ਦੁਕਾਨ ਸੀ ਜਿੱਥੇ ਵਪਾਰ ਕਰਦਾ ਸੀ, ਜਾ ਲੱਭਿਆ ਉਸ ਨੂੰ। ਗੁਰੂ ਸਾਹਿਬ ਦਾ ਸੁਨੇਹਾ ਸੁਣਾਇਆ ਬਈ ਮੈਨੂੰ 50 ਰੁਪਈਏ ਦੇ ਦੇ, ਮੈਂ ਲੜਕੀ ਦਾ ਵਿਆਹ ਕਰਨਾ, ਮੈਨੂੰ ਗੁਰੂ ਅਮਰਦਾਸ ਜੀ ਨੇ ਭੇਜਿਆ। ਉਹ ਕਹਿੰਦਾ ਕਿਹੜਾ ਅਮਰਦਾਸ, ਮੈਂ ਤਾਂ ਜਾਣਦਾ ਹੀ ਨਹੀਂ। ਕੋ ਸਤਨਾਮ। ਉਹ ਤੈਨੂੰ ਜਾਣਦੀ ਹੈ ਫਿਰ ਤਾਂ ਮੈਨੂੰ ਭੇਜਿਆ। ਕਹਿੰਦਾ ਨਾ ਮੈਂ ਨਹੀਂ ਜਾਣਦਾ, ਪੈਸੇ ਦੇ ਹੰਕਾਰ ਨੇ ਮੱਤ ਮਾਰਤੀ। ਸਮਾਂ ਬਤੀਤ ਹੁੰਦਾ ਗਿਆ ਤੇ ਉਸ ਦਾ ਵੀ ਇਸੇ ਤਰ੍ਹਾਂ ਕੰਮ ਖਤਮ ਹੋ ਗਿਆ। ਕੋ ਸਤਨਾਮ। ਅੱਜ ਹੋਰ ਕੱਲ ਹੋਰ ਘਾਟਾ ਪੈਂਦਾ 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 ਉੱਥੇ ਆ ਗਿਆ ਜਿੱਥੋਂ ਚੱਲਿਆ ਸੀ। ਫਿਰ ਜਦ ਆਇਆ ਦੁਬਾਰਾ ਗੁਰੂ ਅਮਰਦਾਸ ਮਹਾਰਾਜ ਜੀ, ਫਿਰ ਗੋਇੰਦਵਾਲ ਆਇਆ, ਪਰ ਹੁਣ ਮੱਥੇ ਲੱਗਣ ਨੂੰ ਜੀ ਨਾ ਕਰੇ। 50 ਰੁਪਈਆ ਪਿੱਛੇ ਬੰਦਾ ਮੋੜਦਾ। ਕੋ ਸਤਨਾਮ। ਉੱਥੇ ਆ ਕੇ ਸੇਵਾ ਸੂਵਾ 'ਚ ਲੱਗ ਗਿਆ, ਇੱਧਰ ਉੱਧਰ ਲੱਕੜਾਂ ਲਿਆਉਣੀਆਂ, ਹੋ ਲੰਗਰ ਦੀ ਸੇਵਾ ਕਰਨੀ, ਮੱਥੇ ਨਾ ਲੱਗਿਆ। ਕਈ ਮਹੀਨੇ ਬਤੀਤ ਹੋ ਗਏ। ਇੱਕ ਦਿਨ ਗੁਰੂ ਅਮਰਦਾਸ ਜੀ ਨੇ ਫਿਰ ਸੁਨੇਹਾ ਭੇਜ ਕੇ ਸੱਦਿਆ, ਕਹਿੰਦੇ ਹੁਣ ਸੱਦ ਕੇ ਲਿਆਓ। ਫਿਰ ਕੋਲ ਸੱਦਿਆ, ਪੁੱਛਿਆ ਹਾਂ ਕਿਵੇਂ ਆ ਤੂੰ? ਮਾੜਾ ਬਸ ਪੁੱਛੋ ਹੀ ਨਾ, ਜੋ ਕਮਾਇਆ ਸੀ ਸਭ ਖਤਮ ਹੋ ਗਿਆ। ਕਹਿੰਦੇ ਫਿਰ ਬਣਾ ਦਈਏ, ਉੱਥੇ ਹੀ ਭੇਜ ਦਈਏ, ਫਿਰ ਚੜਾ ਦਈਏ ਕੰਮ। ਕਹਿੰਦੇ ਜੀ ਰਹਿਣ ਦਿਓ, ਇਹੋ ਜੀ ਮਾਇਆ ਤੋਂ ਬਿਨਾਂ ਹੀ ਠੀਕ ਆ। ਕੋ ਸਤਨਾਮ। ਹੁਣ ਤਾਂ ਆਪਣੇ ਚਰਨਾਂ 'ਚ ਹੀ ਰੱਖ ਲਓ। ਫਿਰ ਉਹ ਪਾਤਸ਼ਾਹ ਜੀ ਨੇ ਉਸ ਨੂੰ ਪ੍ਰਚਾਰਕ ਬਣਾਇਆ ਬ੍ਰਹਮ ਗਿਆਨ ਦੇ ਕਰਕੇ। ਇਸ ਕਰਕੇ ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ। ਤਾਂ ਗੁਰੂ ਪਿਆਰਿਓ ਇਸੇ ਤਰ੍ਹਾਂ ਹੀ ਇਹ ਹਰਗੋਪਾਲ ਵੀ ਵਿਸਰ ਗਿਆ ਸੀ, ਪਰ ਜਦੋਂ ਪਾਤਸ਼ਾਹ ਨੇ ਇਹਦੀ ਮਾਇਆ ਖਤਮ ਕਰਤੀ ਫਿਰ ਦਿਮਾਗ ਸੈੱਟ ਹੋਇਆ। ਫਿਰ ਬਾਪੂ ਨੂੰ ਕਹਿੰਦਾ ਚੱਲੀਏ ਬਾਪੂ, ਆਪਾਂ ਤਾਂ ਘਾਟਾ ਹੀ ਘਾਟਾ ਪਾਈ ਜਾਂਦੇ ਹਾਂ। ਸਭ ਕੋ ਟਾਂਬੇ ਇਕੱਠੇ ਹੋਏ ਗਏ ਹੋ, ਗੁਰ ਦਰਸ਼ਨ ਹਿਤ ਚਲ ਬੋਕਿਓ। ਔਰ ਫਿਰ ਇਹ ਸਾਰਾ ਪਰਿਵਾਰ ਜਿਹੜਾ ਕਹਿੰਦੇ ਇਕੱਠਾ ਹੋ ਕੇ ਗੁਰੂ ਵੱਲ ਦਰਸ਼ਨਾਂ ਲਈ ਚੱਲ ਪਏ ਹਨ। ਕ੍ਰਮ ਕ੍ਰਮ ਪੰਤੋ ਲਗਨ ਕੋ ਕਰ ਆਏ ਧਿਆਨ ਸਿੰਘ ਮਾਜਰੀਏ ਘਰ। ਉਸੇ ਰਸਤੇ ਆਉਂਦੇ ਆਉਂਦੇ ਚਮਕੌਰ ਸਾਹਿਬ ਭਾਈ ਧਿਆਨ ਸਿੰਘ ਮਾਜਰੀਏ ਦੇ ਘਰੇ ਆ ਗਏ ਹਨ। ਸਹਿਤ ਕੁਟੰਬ ਬਿਸੰਬਰ ਦਾਸ ਮਿਲਿਓ ਪਾਉ ਧਰ ਪ੍ਰੇਮ ਪ੍ਰਕਾਸ਼। ਔਰ ਬਿਸ਼ੰਬਰ ਦਾਸ ਬੜੇ ਪ੍ਰੇਮ ਦੇ ਨਾਲ ਆ ਕਰਕੇ
ਗੁਰੂ ਪਿਆਰਿਓ ਧਿਆਨ ਆਪਣਾ ਧਿਆਨ ਸਿੰਘ ਨੂੰ ਮਿਲਦਾ ਹੈ। ਸਿਵਰ ਕਰਾਏ ਆਹਾਰ ਚਾਇਬ ਪੁਨ ਚਰਚਾ ਸਤਿਗੁਰ ਚਲਾਇਬ। ਕਿਉਂਕਿ ਬੱਚੇ ਨੇ ਦੱਸਦਾ ਵੀ ਆਹ ਘਰ ਹੈ ਉਹਨਾਂ ਦਾ, ਇਸ ਘਰ ਵਾਲਾ ਧਿਆਨ ਸਿੰਘ ਹੈ, ਉਹਨੇ ਮੈਥੋਂ ਇਹ ਸ਼ਬਦ ਲੈ ਲਿਆ ਸੀ। ਬਾਪੂ ਕਹਿੰਦਾ ਚੱਲ ਉਸੇ ਕੋਲ ਚੱਲਦੇ ਆ, ਉਹਨੂੰ ਪੈਸੇ ਮੋੜ ਦਿੰਦੇ ਆ ਭਾਈ ਕਹੋ ਸਤਨਾਮ ਸੀ। ਵਾਹਿਗੁਰੂ। ਤਾਂ ਹੁਣ ਉਹਨਾਂ ਦੇ ਘਰੋਂ ਗਿਆ ਤੇ ਉਸਨੇ ਜਾ ਕਰਕੇ ਮਿਲਣਾ ਕੀਤਾ ਬੜੇ ਪਿਆਰ ਦੇ ਨਾਲ। ਧਿਆਨ ਸਿੰਘ ਨੇ ਉਹਨਾਂ ਨੂੰ ਆਪਣੇ ਘਰ ਰੱਖਿਆ, ਜਲ ਪਾਣੀ ਛਕਾਇਆ ਹੈ ਜੀ। ਧਿਆਨ ਸਿੰਘ ਸੁਣੀਏ ਚਿਤ ਲਾਏ ਹਿਤਕਾਰੀ ਤੋਂ ਮਮ ਗਰ ਪਾਏ। ਹੁਣ ਬਿਸ਼ੰਬਰ ਦਾਸ ਉਹ ਲੜਕੇ ਦਾ ਪਿਤਾ ਕਹਿੰਦਾ ਮਿੱਤਰਾ ਤੂੰ ਮੇਰਾ ਗੁਰ ਭਾਈ ਹੈ, ਮੈਂ ਵੀ ਗੁਰੂ ਨਾਨਕ ਦਾ ਸਿੱਖ ਹਾਂ, ਤੂੰ ਵੀ ਉਹਨਾਂ ਦਾ ਸਿੱਖ ਹੈ। ਸੁਤ ਤੇ ਬਚਨ ਪਾਏ ਕਾਲੀਨਾ ਬਿਦਤ ਸਦਨ ਪਹੁੰਚਿਓ ਤਬ ਕੀਨਾ। ਔਰ ਮੈਨੂੰ ਪਤਾ ਲੱਗਿਆ ਕਿ ਮੇਰਾ ਪੁੱਤਰ ਤੇਰੇ ਕੋਲ ਰੁਕਿਆ ਸੀਗਾ ਤੇ ਤੂੰ ਇਹਦੇ ਕੋਲੋਂ ਗੁਰੂ ਦਾ ਬਖਸ਼ਿਆ ਪ੍ਰੇਮ ਦਾ ਬਚਨ ਜਿਹੜਾ ਸੀ ਉਹ ਲੈ ਲਿਆ। ਮੈਨੂੰ ਪਤਾ ਲੱਗਿਆ ਜਦ ਘਰ ਜਾ ਕੇ ਦੱਸਿਆ। ਅਬ ਮੇਰੇ ਕੋ ਕਿਆ ਹੋਏਗਾ ਤੇ ਸੁਤ ਬਿਨ ਸ਼ਰਦਾ ਜਿਸ ਲਗ ਮਤੇ। ਔਰ ਹੁਣ ਮਿੱਤਰਾ ਤੂੰ ਦੱਸ ਮੇਰਾ ਕੀ ਹਾਲ ਹੋਵੇਗਾ, ਕਿਉਂਕਿ ਬੱਚੇ ਨੇ ਗਲਤੀ ਕੀਤੀ ਹੈ, ਸਾਰੇ ਪਰਿਵਾਰ ਨੂੰ ਹੁਣ ਭੁਗਤਣੀ ਪੈਣੀ ਆ। ਕੋ ਸਤਨਾਮ। ਇਸ ਬੱਚੇ ਨੇ ਗਲਤੀ ਕਰ ਦਿੱਤੀ ਹੈ, ਇਸ ਕਰਕੇ ਇਹਦੀ ਸ਼ਰਧਾ ਨਹੀਂ ਸੀ ਗੁਰੂ ਤੇ, ਲਘੂ ਮਤੀ ਇਹਦੀ ਛੋਟੀ ਮਤ ਹੈ। ਅਬ ਤੋ ਬਹਾਤ ਹੈ ਨਿਸਤਾਰਾ ਕਰੋ ਦੀਨ ਪਰ ਬਹੁ ਪੁਕਾਰਾ। ਔਰ ਮਿੱਤਰਾ ਉਸ ਦਿਨ ਤੋਂ ਬਾਅਦ ਸਾਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ ਹੈ। ਹੁਣ ਸਾਡੀ ਜ਼ਿੰਦਗੀ ਤੇਰੇ ਹੱਥ ਵਿੱਚ ਹੈ, ਤੂੰ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਬਚਾ, ਸਾਡੇ ਤੇ ਉਪਕਾਰ ਕਰ। ਸਤਿਗੁਰ ਜਿਮ ਪ੍ਰਸੰਨ ਹੋਈ ਜਾਵੇ ਸੋ ਉਪਾਵ ਤੁਝ ਤੇ ਬਣਿਆਵੇ। ਜਾਂ ਤਾਂ ਤੂੰ ਸਾਨੂੰ ਉਹ ਸ਼ਬਦ ਦੇ ਦੇ, ਪੈਸੇ ਲੈ ਲਾ। ਧਿਆਨ ਸਿੰਘ ਕਹਿਣ ਲੱਗਿਆ ਸ਼ਬਦ ਕਦੇ ਵੇਚਿਆ ਨਹੀਂ ਜਾਂਦਾ। ਕੋ ਸਤਨਾਮ। ਕਹਿੰਦੇ ਫਿਰ ਤੂੰ ਸਾਨੂੰ ਗੁਰੂ ਕੋਲੇ ਲੈ ਕੇ ਚੱਲ ਦੁਬਾਰਾ, ਜਿਵੇਂ ਗੁਰੂ ਦੁਬਾਰਾ ਖੁਸ਼ ਹੋ ਕੇ ਸਾਡੇ ਤੇ ਉਹ ਕਿਰਪਾ ਕਰ ਦੇਵਣ। ਸੁਣਤ ਧਿਆਨ ਸਿੰਘ ਤਬੇ ਬਖਾਨਾ ਮੈਂ ਵੀ ਤੁਮ ਸੰਗ ਕਰੋ ਪਿਆਨਾ। ਧਿਆਨ ਸਿੰਘ ਕਹਿਣ ਲੱਗਿਆ ਚਲੋ ਮੈਂ ਵੀ ਤੁਹਾਡੇ ਨਾਲ ਚੱਲਦਾ ਹਾਂ। ਇਨ ਕਹਿ ਸੁਪਤ ਬਿਤੀ ਜਬਰਾਤੇ ਭਏ ਤਿਆਰ ਗਮਣੇ ਮਗ ਪ੍ਰਾਤੇ। ਔਰ ਇਸ ਤਰ੍ਹਾਂ ਕਹਿਣ ਲੱਗੇ ਰਾਤ ਇੱਥੇ ਕੱਟੀ ਹੈ, ਰਾਤ ਬਤੀਤ ਕੀਤੀ ਹੈ। ਦੂਜਾ ਦਿਨ ਚੜ੍ਹਿਆ, ਤਿਆਰ ਪਰ ਤਿਆਰ ਹੋ ਕੇ ਇਹ ਸਤਿਗੁਰਾਂ ਦੇ ਵੱਲ ਚੱਲ ਪਿਆ ਹੈ। ਤੇ ਉਧਰ ਗੁਰੂ ਪਿਆਰਿਓ ਇੱਥੇ ਸ਼ਾਇਦ ਉਹ ਵਿਚਾਰ ਆਈ ਨਹੀਂ। ਕਹਿੰਦੇ ਧਿਆਨ ਸਿੰਘ ਨੇ, ਇਹ ਜ਼ਿਮੀਂਦਾਰ ਸੀਗਾ ਮਾਜਰੀਆ ਧਿਆਨ ਸਿੰਘ, ਜਦ ਖੇਤ ਜਾ ਕੇ ਹਲ ਜੋੜਿਆ ਨਾ ਤੇ ਗੁਰੂ ਪਿਆਰਿਓ ਇਹਦੇ ਹਲ ਦੀ ਚੌ ਜਿਹੜੀ ਆ ਥੱਲੇ ਕਿਸੇ ਬਰਤਨ ਵਿੱਚ ਵੱਜੀ, ਬਰਤਨ ਖੜਕੇ ਇਹਦੀ ਚੌ 'ਚ ਫਸ ਗਿਆ ਹਲ ਦੇ। ਔਰ ਜਦ ਥਾਂ ਪੱਟਿਆ ਤੇ ਉੱਥੋਂ ਮੋਹਰਾਂ ਦਾ ਜਿਹੜਾ ਬਰਤਨ ਨਿਕਲਿਆ ਆ। ਕੋ ਸਤਨਾਮ। ਤੇ ਉਹਦੇ ਵਿੱਚੋਂ ਦਸਵਾਂ ਦਸੌਂਦੇ ਨੇ ਗੁਰੂ ਘਰ ਦਾ ਪਹਿਲਾਂ ਕੱਢਿਆ, ਔਰ ਉਹ ਵੀ ਲੈ ਕੇ ਨਾਲ ਫਿਰ ਇਹਨਾਂ ਦੇ ਨਾਲ ਗੁਰੂ ਸਾਹਿਬ ਦੇ ਵੱਲ ਚੱਲਦੇ ਹਨ। ਤਾਂ ਗੁਰੂ ਪਿਆਰਿਓ ਚੱਲ ਆਨੰਦਪੁਰ ਪਹੁੰਚੇ ਆਏ ਜੈ ਸੋਹੇ ਗੋਬਿੰਦ ਸਿੰਘ ਰਾਏ। ਔਰ ਚਲੋ ਚਾਲ ਚਮਕੌਰ ਸਾਹਿਬ ਤੋਂ ਚੱਲ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਆ ਗਏ, ਜਿੱਥੇ ਮੇਰੇ ਪ੍ਰੀਤਮ ਵਿਰਾਜਮਾਨ ਹਨ। ਸਗਰੇ ਤਾਏ ਪਰੇ ਗੁਰ ਚਰਨ ਪ੍ਰਭ ਬਖਸ਼ੰਦ ਰਾਖੀਏ ਸ਼ਰਨ। ਔਰ ਧਾਏ ਹੁੰਦਾ ਭੱਜ ਕੇ ਬਿਲਕਦੇ ਹੋਏ, ਹਿੰਦੀ ਵਿੱਚ ਕਹਿੰਦੇ ਐ ਤਰਾਹੇ ਮਾਮ ਬਚਾ ਲਓ ਮੈਨੂੰ, ਬਚਾ ਲਓ ਮੈਨੂੰ, ਬਚਾ ਲਓ। ਇੱਦਾਂ ਗੁਰੂ ਪਿਆਰਿਓ ਰੋਂਦੇ ਹੋਏ ਇਹ ਸਾਰਾ ਪਰਿਵਾਰ ਬਿਸ਼ੰਬਰ ਦਾਸ ਹਰਗੋਪਾਲ ਉਹਦੀ ਪਤਨੀ ਸਤਿਗੁਰਾਂ ਦੇ ਪੈਰੀ ਪੈਂਦੇ ਹਨ। ਅਵਲੋਕਤ ਕਲਗੀ ਤਰਹਸੇ ਮਹਾ ਕਿਰਪਾਲ ਕਿਰਪਾ ਦ੍ਰਿਗ ਰਸੇ। ਔਰ ਇਹਨਾਂ ਨੂੰ ਇਸ ਤਰ੍ਹਾਂ ਰੋਂਦੇ ਵਿਰਾਹ ਕਰਦੇ ਬਿਲਕਦੇ ਦੇਖ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਹੱਸ ਪਏ ਹਨ। ਕੁਸ਼ਲ ਪ੍ਰਸਨ ਕਰ ਬੈਠੇ ਪਾਸ ਅਪਰ ਬਾਤ ਨ ਕੀਨ ਪ੍ਰਕਾਸ਼। ਔਰ ਪਾਤਸ਼ਾਹ ਨੇ ਸੁਖ ਸਾਂਦ ਪੁੱਛੀ, ਠੀਕ ਹੋ, ਕੀ ਗੱਲ ਹੈ, ਬਹਿ ਜਾਓ। ਤੇਰਾ ਕਰ ਉਤਰੇ ਪੁਰਬਾਹੇ ਨਿਤ ਦਰਸ਼ਨ ਬਾਛਤ ਚਿਤ ਚਾਹੇ। ਪਰ ਹਜੇ ਕੋਈ ਗੱਲ ਨਹੀਂ ਚਲਾਈ ਇਹਨਾਂ ਨੇ। ਆਉਣ ਸਾਰ ਇੱਕ ਦਿਨ ਟੱਪਿਆ, 2 ਦਿਨ ਟੱਪੇ, ਇਹਨਾਂ ਨੇ ਉਤਾਰਾ ਕਰ ਲਿਆ ਕਿਤੇ, ਇਹਨਾਂ ਦਾ ਡੇਰਾ ਕਰਾਤਾ। ਡੇਰਾ ਹੁੰਦਾ ਉਹ ਉਤਾਰਾ ਕਰਨਾ, ਕੋਈ ਕਮਰਾ ਦੇਤਾ ਜਾਂ ਤੰਬੂ ਦੇਤਾ ਇਹਨਾਂ ਨੂੰ, ਉੱਥੇ ਰਹਿਣ ਲੱਗੇ ਤੇ ਸੇਵਾ ਕਰਨ ਲੱਗੇ ਜੀ। ਭੋਜਨ ਕਰਤ ਦੇਗਤੀ ਲੈ ਕੇ ਬਾਸੁਰ ਤੀਨ ਬਿਤਾਵਨ ਕਹਿ ਕੇ। ਚਲਦੇ ਚਲਦੇ 3 ਦਿਨ ਬਤੀਤ ਹੋਏ, ਗੁਰੂ ਘਰ ਚੋਂ ਲੰਗਰ ਛਕਦੇ ਰਹੇ ਔਰ ਸੇਵਾ ਕਰਦੇ ਰਹੇ।
क्योंकि हजे ਜਿਹੜੀ ਗੱਲ ਹੈ ਮੂੰਹ ਚੋਂ ਕਹਿਣ ਦਾ ਹੀਆ ਨਹੀਂ ਪੈ ਰਿਹਾ। ਪੁੱਤਰ ਸਮੇਤ ਬਿਸੰਬਰ ਦਾਸ ਆਇਓ ਪਛਤਾਵਤ ਗੁਰ ਪਾਸ। ਤੀਜੇ ਚੌਥੇ ਦਿਨ ਆ ਕੇ ਫਿਰ ਬਿਸ਼ੰਬਰ ਦਾਸ ਪੁੱਤਰ ਨੂੰ ਲੈ ਕੇ ਗੁਰੂ ਸਾਹਿਬ ਦੇ ਵੱਲ ਆਇਆ ਤੇ ਬੇਨਤੀ ਕਰਦਾ ਹੈ। ਆਗੇ ਕਰੋ ਪਿਓ ਕਰ ਬੰਦ ਬਖਸ਼ੋ ਕਿਰਪਾ ਠਾਨ ਬਖਸ਼ੰਦ। ਔਰ ਅੱਜ ਗੁਰੂ ਸਾਹਿਬ ਜੀ ਦਾ ਕਿਉਂਕਿ ਇਹਨਾਂ ਨੇ ਵੇਖਣਾ ਸੀ ਵੀ ਗੁਰੂ ਸਾਹਿਬ ਖੁਸ਼ੀ ਦੇ ਵਿੱਚ ਹੋਣ, ਉਦੋਂ ਕੋਈ ਗੱਲ ਸ਼ੁਰੂ ਕਰੀਏ। ਉਹ ਸਮਾਂ ਦੇਖਿਆ ਤੇ ਸਤਿਗੁਰਾਂ ਦੇ ਸਾਹਮਣੇ ਆ ਕੇ ਖੜ ਗਿਆ ਔਰ ਹੱਥ ਬੰਨ ਕੇ ਬੇਨਤੀ ਕਰਦਾ ਹੋਇਆ ਕਹਿੰਦਾ ਹੈ ਜੀ, हे प्रभ पूर्ण बीरज पाला वृक्ष डाल सूदा न चला। हे सतगुरु महाराज, ਇਹ ਮੇਰਾ ਬੱਚਾ ਭਾਵੇਂ ਕਿ ਮੇਰਾ ਪੁੱਤਰ ਹੈ, ਮੈਂ ਗੁਰੂ ਨਾਨਕ ਦੇ ਘਰ ਦਾ ਸਿੱਖ ਹਾਂ, ਬੀਜ ਤਾਂ ਮੇਰਾ ਹੈ, ਬੀਜ ਤਾਂ ਚੰਗਾ ਹੀ ਹੁੰਦਾ ਮਹਾਰਾਜ, ਪਰ ਜਦੋਂ ਦਰਖਤ ਉੱਗਰਦਾ ਹੈ ਟਾਹਣੇ ਬਿੰਗੇ ਚਲੇ ਜਾਂਦੇ ਆ। ਕੋਈ ਸਤਨਾਮ। ਹੁਣ ਦਰਖਤ ਦੇ ਬੀਜ ਤਾਂ ਨਹੀਂ ਮਾੜੇ ਹੁੰਦੇ ਨਾ, ਕਿ ਘਰਾਂ ਦੇ ਹੋਣ ਚਾਹੇ ਅੰਬਾਂ ਦੇ ਹੋਣ, ਬੀਜ ਤਾਂ ਸਾਰੇ ਇੱਕੋ ਜਿਹੇ ਹੁੰਦੇ ਆ, ਪਰ ਜਿਹੋ ਜਿਹੀ ਉਹਨਾਂ ਨੂੰ ਅੱਗੇ ਜਾ ਕੇ ਸੰਗਤ ਮਿਲਦੀ ਹੈ ਫਿਰ ਉਹਨਾਂ ਦੇ ਟਾਹਣੇ ਉਸ ਪਾਸੇ ਨੂੰ ਵੱਧ ਜਾਂਦੇ ਆ। ਕਹਿੰਦੇ ਮਹਾਰਾਜ ਪੁੱਤਰ ਤਾਂ ਮੇਰਾ ਹੀ ਆ, ਪਰ ਮੇਰੇ ਇਸ ਬਿਰਛ ਦੀ ਡਾਲ ਸੁੱਧੀ ਸਿੱਧੀ ਨਹੀਂ ਗਈ, ਪੁੱਠੀ ਚਲੀ ਗਈ, ਭਾਵ ਮਨ ਮਤ ਧਾਰ ਗਿਆ ਹੈ ਜੀ। ਹਮ ਮੂਰਖ ਕੋਟੇ ਬਨ ਕਾਮੀ ਕਿਰਤ ਕਨ ਕਿਰਪਨ ਲੂਨ ਹਰਾਮੀ। ਅਸੀਂ ਮੂਰਖ ਹਾਂ ਮਹਾਰਾਜ, ਅਸੀਂ ਖੋਟੇ ਹਾਂ, ਕਾਮੀ ਹਾਂ। ਕਾਮੀ ਤੋਂ ਭਾਵ ਵਿਸ਼ੇ ਵਿਕਾਰੀ ਵੀ ਹੁੰਦਾ ਹੈ, ਕਾਮੀ ਤੋਂ ਭਾਵ ਆਸ਼ਾ ਤ੍ਰਿਸ਼ਨਾ ਵਾਲੇ। ਕਹੋ ਸਤਨਾਮ। ਵਾਹਿਗੁਰੂ। ਔਰ ਅਕਿਰਤ ਘਣ ਹਾਂ ਮਹਾਰਾਜ, ਅਸੀਂ ਕਿਰਪਨ ਕੰਜੂਸ ਹਾਂ, ਲੂਣ ਹਰਾਮੀ ਹਾਂ ਮਹਾਰਾਜ। ਤੁਹਾਨੂੰ ਕਿਹੜੇ ਮੂੰਹ ਨਾਲ ਵੇਖੀਏ ਤੇ ਮਿਲੀਏ। ਨਾ ਗੁਲਾਮ ਨਾ ਕਰੇ ਗੁਲਾਮੀ ਤੋ ਕਿਰਪਾਲ ਆਪ ਹੋ ਸੁਆਮੀ। ਅਸੀਂ ਤਾਂ ਤੁਹਾਡੇ ਗੁਲਾਮ ਵੀ ਨਹੀਂ ਬਣ ਸਕੇ ਔਰ ਤੁਹਾਡੀ ਗੁਲਾਮੀ ਕਰਨੀ ਤਾਂ ਦੂਰ ਦੀ ਗੱਲ ਹੈ, ਅਸੀਂ ਆਪਣੇ ਆਪ ਨੂੰ ਗੁਲਾਮ ਕਹਾਉਣ ਦੇ ਯੋਗ ਵੀ ਨਹੀਂ। ਇੱਕ ਬੜਾ ਸੋਹਣਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਯਾਦ ਆ ਗਿਆ। ਕਹਿੰਦੇ ਚੱਲਦੇ ਚੱਲਦੇ ਇੱਕ ਇਲਾਕੇ ਦੇ ਵਿੱਚ ਗਏ, ਉਦਾਸੀਆਂ ਦੌਰਾਨ ਇੱਕ ਸਿੱਖ ਦੇ ਘਰ ਠਹਿਰੇ ਔਰ ਸਿੱਖ ਨੇ ਗੁਰੂ ਪਿਆਰਿਓ ਜਲ ਪਾਣੀ ਛਕਾਇਆ, ਸੇਵਾ ਕੀਤੀ ਔਰ 3-4 ਦਿਨ ਰਹੇ, ਹਫ਼ਤਾ ਭਰ ਰਹੇ ਤੇ ਕੁਝ ਦਿਨਾਂ ਬਾਅਦ ਰਾਸ਼ਨ ਮੁੱਕ ਗਿਆ ਘਰ ਵਿੱਚ। ਕੋ ਸਤਨਾਮ। ਰਾਸ਼ਨ ਵਾਸਤੇ ਪੈਸਾ ਨਹੀਂ ਸੀ ਔਰ ਇਹਨਾਂ ਨੇ ਘਰੇ ਮੀਆਂ ਬੀਬੀ ਨੇ ਪਤੀ ਪਤਨੀ ਨੇ ਆਪਸ ਵਿੱਚ ਸਲਾਹ ਕੀਤੀ ਵੀ ਹੁਣ ਕਿਵੇਂ ਕਰੀਏ। ਤੇ ਇਹਨਾਂ ਨੇ ਉਸ ਇੱਕ ਆਪਣੇ ਬੱਚੇ ਨੂੰ, ਆਪਣੇ ਪੁੱਤਰ ਨੂੰ ਉਂਗਲ ਲਾਇਆ ਤੇ ਤੁਰ ਪਿਆ। ਗੁਰੂ ਨਾਨਕ ਪਾਤਸ਼ਾਹ ਜਾਨੀ ਜਾਣ ਕਹਿੰਦੇ ਵੀ ਤੂੰ ਕਿੱਧਰ ਚੱਲਿਆ ਹੁਣ? ਕਹਿੰਦਾ ਜੀ ਆਉਣਾ, ਮੈਂ ਕੰਮ ਜਾ ਕੇ ਆਉਣਾ। ਕਹਿੰਦੇ ਨਹੀਂ ਨਹੀਂ, ਖੜ ਕੇ ਦੱਸ ਪਹਿਲਾਂ ਕਿੱਥੇ ਚੱਲੇ ਆ? ਕਹਿੰਦਾ ਜੀ ਰੋਟੀ ਦਾ ਇੰਤਜ਼ਾਮ ਕਰਦੇ ਆ, ਗ੍ਰਸਤੀ ਦਾ ਕੰਮ ਹੈ, ਸਾਧੂਆਂ ਨੂੰ ਭੋਜਨ ਛਕਾਉਣਾ ਤੇ ਇਸ ਕਰਕੇ ਮੈਂ। ਕਹਿੰਦੇ ਕਾਹਦਾ ਲਿਆਏਗਾ? ਹੁਣ ਉਹ ਦੱਸੇ ਨਾ ਤੇ ਪਾਤਸ਼ਾਹ ਨੇ ਬੱਚੇ ਨੂੰ ਬੁਲਾ ਲਿਆ। ਕਹਿੰਦੇ ਪੁੱਤਰ ਗੱਲ ਸੁਣ। ਹਾਂ ਮਹਾਰਾਜ। ਤੇਰਾ ਪਿਤਾ ਤੈਨੂੰ ਵੇਚਣ ਚੱਲਿਆ, ਭਾਵ ਚਾਹੇ ਉਹ ਐਡਵਾਂਸ ਪੈਸੇ ਲੈ ਕੇ ਆਵੇ, ਕਿਸੇ ਦੁਕਾਨਦਾਰ ਦੇ ਕੰਮ ਕਰਨ ਵਾਸਤੇ ਲਾ ਕੇ ਆਵੇ ਜਾਂ ਵੇਚ ਕੇ ਆਵੇ। ਖੈਰ ਇਹ ਇੱਥੇ ਵੇਚਣਾ ਲਿਖਿਆ ਇਤਿਹਾਸ ਵਿੱਚ ਉਸ ਨੂੰ। ਕਹਿੰਦੇ ਫੇਰ ਪਤਾ ਕੀ ਕਰੂਗਾ ਇਹ? ਔਰ ਉਹ ਜਿਹੜਾ ਬਾਣੀਆ ਹੋਊਗਾ ਜਾਂ ਜਿਹਦੇ ਕੋਲੇ ਤੈਨੂੰ ਵੇਚ ਕੇ ਆਊਗਾ ਤੇ ਇੱਥੋਂ ਕੰਮ ਕਰਾਊਗਾ, ਚਾਹੇ ਉਹ ਰੋਟੀਆਂ ਪਕਵਾਵੇ, ਚਾਹੇ ਉਹ ਤੇਰੇ ਕੋਲੋਂ ਪੱਖਾ ਚਲਾਵੇ, ਚਾਹੇ ਪਾਣੀ ਢਵਾਵੇ, ਫਿਰ ਤੂੰ ਇਹ ਕੰਮ ਕਰੇਗਾ ਔਰ ਤੇਰਾ ਪਿਤਾ ਤੇਰੇ ਪੈਸੇ ਵੱਟ ਕੇ ਸਾਨੂੰ ਭੋਜਨ ਛਕਾ ਦੂਗਾ। ਉੱਥੇ ਫਿਰ ਪਾਤਸ਼ਾਹ ਨੇ ਸੁੰਦਰ ਸ਼ਬਦ ਉਚਾਰਿਆ ਉਸ ਘਰ ਦੇ ਵਿੱਚ। ਬੱਚਾ ਕਹਿੰਦਾ ਬਾਪੂ ਜੀ, ਬਾਬਾ ਜੀ, ਐਡੋ ਵੱਡਾ ਚੰਗਾ ਸਮਾਂ ਹੋਰ ਕਿਹੜਾ ਹੋ ਸਕਦਾ ਹੈ ਕਿ ਮੇਰਾ ਜੀਵਨ ਤੁਹਾਡੇ ਲੇਖੇ ਲੱਗ ਰਿਹਾ ਹੈ। ਮੇਰੇ ਬਾਪੂ ਦੀ ਇੱਛਾ ਪੂਰੀ ਹੋ ਜਾਵੇਗੀ, ਮੈਨੂੰ ਕੀ ਹੋਣ ਲੱਗਿਆ? ਜਿਹੜਾ ਮੈਨੂੰ ਖਰੀਦੇਗਾ ਮੈਂ ਉਹਦੇ ਘਰੇ ਸੇਵਾ ਕਰਾਂਗਾ। ਬਚਨ ਉਚਾਰਿਆ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਕਾਨਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤਰਾਈ। ਪੀਏ ਤਾਂ ਪਾਣੀ ਆਣੀ ਮੀਰਾ, ਮੀਰਾ ਹੁੰਦਾ ਮਾਲਕ, ਪੀਏ ਤਾਂ ਪਾਣੀ ਆਣੀ ਮੀਰਾ, ਖਾਹੇ ਤਾਂ ਪੀਸਣ ਜਾਹੋ। ਇਹ ਸ਼ਬਦ ਜਦ ਬੱਚੇ ਨੇ ਗੁਰ ਪਿਆਰੇ ਹੋ ਕੇ ਹੈ ਨਾ, ਹਾਂ ਮਹਾਰਾਜ ਜੋ ਵੀ ਕਰੂੰਗਾ ਮੈਂ, ਤਾਂ ਫਿਰ ਬਾਬੇ ਨਾਨਕ ਨੇ ਸ਼ਬਦ ਉਸ ਬੱਚੇ ਦੇ ਪਰਥਾਏ ਉਚਾਰਨ ਕੀਤਾ। ਉਹ ਕਹਿਣ ਲੱਗਿਆ ਮੈਂ ਗੁਲਾਮ ਹੋਵਾਂਗਾ ਉਸ ਦਾ, ਮੈਨੂੰ ਉਹਨੇ ਮੁੱਲ ਖਰੀਦਿਆ ਹੋਊਗਾ, ਫਿਰ ਜੇ ਪਾਣੀ ਮੰਗਾਊ ਤਾਂ ਪਾਣੀ ਲਿਆਊਂਗਾ, ਜੇ ਰੋਟੀ ਖਾਣੀ ਹੈ ਤਾਂ ਮੈਂ ਚੱਕੀ ਪੀਸ ਕੇ ਆਟਾ ਤਿਆਰ ਕਰੂੰਗਾ। ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਓ।
ਇਸ ਤਰ੍ਹਾਂ ਪਰ ਇਹਦੇ ਨਾਲ ਹੀ ਜਪਤ ਰਹਾ ਤੇਰਾ ਨਾਮ ਅਗਲੀ ਪੰਕਤੀ ਵਿੱਚ ਕਹਿੰਦੇ ਕਾਫੀ ਵੱਡਾ ਸ਼ਬਦ ਹੈ ਇਹ। ਤਾਂ ਗੁਰੂ ਪਿਆਰੋ ਸਤਿਗੁਰ ਬੜੇ ਖੁਸ਼ ਹੋਏ ਤੇ ਉਹ ਸਿੱਖ ਦੇ ਘਰੇ ਬਰਕਤਾਂ ਕਰ ਦਿੱਤੀਆਂ, ਬੱਚੇ ਨੂੰ ਵੇਚਣ ਨਹੀਂ ਦਿੱਤਾ। ਕੋਈ ਸਤਨਾਮ। ਖੈਰ ਇਸੇ ਤਰ੍ਹਾਂ ਹੀ ਇਹ ਬਾਣੀਆਂ ਕਹਿ ਰਹੇ ਆ, ਸੇਠ ਕਹਿ ਰਹੇ ਆ ਬਿਸ਼ੰਬਰ ਦਾਸ ਕਹਿੰਦਾ ਜੀ ਅਸੀਂ ਤਾਂ ਗੁਲਾਮ ਵੀ ਨਾ ਬਣ ਸਕੇ, ਗੁਲਾਮੀ ਕਰਨੀ ਤਾਂ ਦੂਰ ਦੀ ਗੱਲ ਹੈ, ਪਰ ਅਸੀਂ ਮੂਰਖ ਹਾਂ, ਤੁਸੀਂ ਤਾਂ ਕਿਰਪਾਲੂ ਹੋ ਔਰ ਤਉ ਕਿਰਪਾਲ ਆਪ ਹੋ ਸੁਆਮੀ, ਤੁਸੀਂ ਸਾਡੇ ਮਾਲਕ ਹੋ, ਦਇਆ ਦੇ ਘਰ ਵਿੱਚ ਰਹਿਣ ਵਾਲੇ ਹੋ, ਅਸੀਂ ਮੂਰਖ ਹਾਂ ਇਹ ਠੀਕ ਹੈ। ਬਿਰਧ ਗਰੀਬ ਨਿਵਾਜ ਤੁਮਾਰਾ, ਨਾਮ ਪਤਤ ਪਾਵਨ ਸੁਖ ਸਾਰਾ। ਔਰ ਅਣਕਵਾਰ ਝਿੜਕੇ ਵੋ ਭਾਂਤੀ ਬਹੁੜ ਪਿਤਾ ਗਲ ਲਾਵੇ ਦੇ ਮਹਾਵਾਕ ਅਨੁਸਾਰ ਤੁਹਾਡਾ ਬਿਰਧ ਹੁੰਦਾ ਸੁਭਾਅ। ਆਪਾਂ ਅਰਦਾਸ ਕਰਦੇ ਹਾਂ ਪਾਤਸ਼ਾਹ ਆਪਦੇ ਬਿਰਧ ਬਾਣੇ ਦੀ ਲਾਜ ਰੱਖਿਓ, ਅਸੀਂ ਤੁਹਾਡੇ ਸਿੱਖ ਹੋਣੇ ਆ, ਤੁਸੀਂ ਕਿਰਪਾ ਕਰ ਦਿਓ ਸਾਡੇ ਤੇ। ਕਹੋ ਸਤਨਾਮ। ਤਾਂ ਮੇਰੇ ਪ੍ਰੀਤਮ ਜੀ ਨੂੰ ਕਹਿਣ ਲੱਗੇ ਉਹ ਬਿਸ਼ੰਬਰ ਦਾ ਸੇਠ ਕਹਿੰਦਾ ਮਹਾਰਾਜ ਅਸੀਂ ਤੁਹਾਡੇ ਸੇਵਕ ਹਾਂ, ਸਿੱਖ ਹਾਂ, ਗੁਲਾਮ ਤਾਂ ਨਹੀਂ ਬਣ ਸਕੇ, ਗੁਲਾਮੀ ਕਰਨੀ ਤਾਂ ਬਹੁਤ ਔਖੀ ਹੈ। ਮਹਾਂਪੁਰਖਾਂ ਕੀ ਜਿਹੜੀ ਹੈ ਘਾਲਨਾ ਸੇਵਾ ਨਾ ਮਹਾ ਕਰੜੀ ਸੁਖ ਸਾਰ। ਮਹਾਂਪੁਰਖਾਂ ਦੀ ਸੇਵਾ ਜਿਹੜੀ ਹੈ ਰੱਬ ਦੇ ਪਿਆਰਿਆਂ ਦੀ ਉਹ ਕਰਨੀ ਬਹੁਤ ਔਖੀ ਆ, ਪਰ ਜੇ ਕੋਈ ਕਰ ਲਵੇ ਤੇ ਫਿਰ ਸੁੱਖਾਂ ਦਾ ਖਜ਼ਾਨਾ ਵੀ ਬਣ ਜਾਂਦੀ ਹੈ। ਤਾਂ ਮੇਰੇ ਪ੍ਰੀਤਮ ਜੀ ਨੂੰ ਕਹਿਣ ਲੱਗੇ ਆ ਮਹਾਰਾਜ ਤੁਸੀਂ ਪਤਿਤਾਂ ਨੂੰ ਪਾਵਨ ਕਰਨ ਵਾਲੇ ਹੋ, ਮਾੜੀਆਂ ਨੂੰ ਚੰਗੇ ਕਰਨ ਵਾਲੇ ਹੋ। ਆਦਮ ਉਦਾਹਰਣ ਸਦਾ ਸੁਪਾਓ, ਪਿਖੋ ਦਾਸ ਕੋ ਦੋਸ਼ ਨ ਕਾਓ। ਤੁਸੀਂ ਤਾਂ ਪਾਪੀਆਂ ਦਾ ਉਧਾਰ ਕਰਨ ਵਾਲੇ ਹੋ, ਆਪਣੇ ਸੇਵਕਾਂ ਦੇ ਦੋਸ਼ ਵੀ ਨਹੀਂ ਦੇਖਦੇ ਜੀ। ਵਿੱਚ ਡਾਲ ਸੁਦਾਬ ਕਰੀ ਹੈ, ਮੋਹ ਪਰ ਕਰਨਾ ਦ੍ਰਿਸ਼ਟ ਨ ਹਰੀਐ। ਹੁਣ ਇਸ ਬਿਰਸ਼ ਦੀ ਟਾਹਣੀ ਨੂੰ ਸਿੱਧੀ ਕਰੋ ਮਹਾਰਾਜ, ਭਾ ਮੇਰੇ ਬੱਚੇ ਨੂੰ ਮੱਤ ਬਖਸ਼ੋ ਮਹਾਰਾਜ, ਤੁਸੀਂ ਕਿਰਪਾ ਕਰੋ, ਮੇਰਾ ਬੱਚਾ ਗਲਤ ਚੱਲ ਗਿਆ ਔਰ ਮਾਨੋ ਕਿ ਮੇਰਾ ਹੀ ਬੀਜ ਹੈ ਔਰ ਬੀਜ ਦਾ ਦਰਖਤ ਜਿਹੜਾ ਹੈ ਉਗੜਦਾ ਪਰ ਟਾਹਣੀਆਂ ਟੇਢੀਆਂ ਚਲੀਆਂ ਜਾਂਦੀਆਂ ਨੇ, ਉਹ ਹਾਲ ਮੇਰੇ ਪੁੱਤਰ ਦਾ ਹੋਇਆ। ਇਹ ਤੇ ਕਿਰਪਾ ਦ੍ਰਿਸ਼ਟੀ ਕਰੋ, ਦਇਆ ਦੀ ਦ੍ਰਿਸ਼ਟੀ ਪਾਓ, ਇਸ ਨੂੰ ਠੀਕ ਕਰੋ ਜੀ। ਸੁਣ ਸ੍ਰੀ ਮੁਖ ਪੰਕਜ ਬਿਕਸਾਏ, ਪੂਰਬ ਬੀਤਿਓ ਪ੍ਰਸੰਗ ਬਤਾਏ। ਬਾਬਾ ਜੀ ਕਹਿੰਦੇ ਗੱਲ ਕੀ ਹੋ ਗਈ, ਜਾਣਦੇ ਤਾਂ ਸਭ ਹੈ ਪਰ ਉਹਨਾਂ ਦੇ ਮੂੰਹੋਂ ਸੁਣਦੇ ਆ। ਕਹਿੰਦੇ ਗੱਲ ਕੀ ਹੋ ਗਈ, ਤੇ ਉਹਨਾਂ ਨੇ ਸਾਰੀ ਕਹਾਣੀ ਜਿਹੜੀ ਹੈ ਦੱਸਣੀ ਕਿਤੇ ਜੀ। ਸ੍ਰੀ ਨਾਨਕ ਸਿੱਧਨ ਸੰਗ ਮਿਲ ਕਰ, ਪਹੁੰਚੇ ਤੋਰ ਪਿਤਾਮਾ ਕੇ ਘਰ। ਔਰ ਉਹਨਾਂ ਦੀ ਕਹਾਣੀ ਸੁਣ ਕੇ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹਿਲੇ ਜਾਮੇ ਦੀ ਗੱਲ ਵੀ ਦੱਸਦੇ ਆ। ਔਰ ਦੱਸਣ ਤੋਂ ਬਾਅਦ ਕੀ ਕਹਿੰਦੇ ਆ ਕਿ ਸਿੱਧਾਂ ਨੂੰ ਮਿਲਦੇ ਹੋਏ ਜਦੋਂ ਗੁਰੂ ਨਾਨਕ ਦੇਵ ਜੀ ਤੁਹਾਡੇ ਘਰ ਆਏ ਸਨ, ਨਾਨੋ ਨਾਮ ਪਿਖੇ ਗੁਰ ਆਏ, ਅਨਕਰੀਤ ਕਰ ਸੇਵਾ ਰਿਜਾਏ। ਔਰ ਨਾਨੂ ਨਾਮ ਦਾ ਜਿਹੜਾ ਸੀ ਬਜ਼ੁਰਗ, ਉਸ ਨੇ ਬੜੀ ਸੇਵਾ ਕੀਤੀ, ਗੁਰੂ ਨਾਨਕ ਜੀ ਨੂੰ ਖੁਸ਼ ਕੀਤਾ ਸੀ। ਚਲ ਬੇ ਤਿਆਰ ਪਹਿਜੇ ਸਮੇਂ, ਪੁੱਛੋ ਕਛ ਸੰਸੇ ਪਗ ਨਮੇ। ਔਰ ਉਸ ਵੇਲੇ ਜਦੋਂ ਬਾਬਾ ਨਾਨਕ ਜੀ ਉਹਦੇ ਘਰੋਂ ਤੁਰਨ ਲੱਗੇ ਤੇ ਉਹਨੇ ਕੁਝ ਸ਼ੰਕੇ ਨਿਵਰਤ ਕਰਨ ਵਾਸਤੇ ਪੁੱਛਣਾ ਕੀਤਾ ਹੈ। ਹਸ ਕਰ ਸ੍ਰੀ ਨਾਨਕ ਕਹਿ ਬਾਤ, ਜਬ ਤੂੰ ਔਰੇ ਤਰਹਿ ਗਾਤ। ਤੇ ਉਸ ਦੀ ਗੱਲ ਦਾ ਜਵਾਬ ਦੇਣ ਦੀ ਬਜਾਏ ਉਦੋਂ ਪਹਿਲੇ ਜਾਮੇ 'ਚ ਕਿਹਾ ਸੀਗਾ ਜਦੋਂ ਤੂੰ ਅਗਲੇ ਜਨਮ ਧਰੇਗਾ। ਦਸਵਾਂ ਜਾਮਾ ਹੋਏ ਹਮਾਰਾ, ਤਬ ਤੁਮ ਬੂਝੋ ਕਰਹੁ ਉਚਾਰਾ। ਔਰ ਉਦੋਂ ਤੂੰ ਵੀ ਹੋਵੇਂਗਾ ਤੇ ਮੈਂ ਵੀ ਹੋਊਂਗਾ, ਫੇਰ ਤੂੰ ਮੈਨੂੰ ਪੁੱਛੀ, ਮੈਂ ਤੈਨੂੰ 10ਵੇਂ ਜਾਮੇ ਜਵਾਬ ਦੇਊਂਗਾ ਇਹਦਾ। ਸੋ ਤੋ ਏ ਤਨ ਪ੍ਰਾਪਤ ਪੇਹੋ, ਦਸਮ ਸਰੀਰ ਇਹੀ ਹਮ ਪੇਓ। ਅਸੀਂ 10ਵੇਂ ਜਾਮੇ 'ਚ ਆ ਗਏ ਤੇ ਤੂੰ ਉਹ ਨਾਨੂ ਹੈ ਜਿਸ ਨੂੰ ਬਾਬਾ ਨਾਨਕ ਮਿਲਿਆ ਸੀ, ਅੱਜ ਤੂੰ ਫੇਰ ਉਹੀ ਗੱਲ ਪੁੱਛ ਰਿਹਾ ਹੈ। ਬਚਨ ਦਰਬ ਸੋ ਧਰਿਓ ਮਾਨਾ, ਚਾਹ ਸੋ ਪਿਆਰੇ ਪੁੱਛ ਪਛਾਨਾ। ਉਸ ਸਮੇਂ ਦਾ ਬਚਨ ਰੂਪੀ ਧਨ ਅਮਾਨਤ ਰੱਖਿਆ ਹੈ ਪਿਆਰੇ, ਜੇ ਪੁੱਛਣਾ ਚਾਹਣਾ ਤੇ ਪੁੱਛ ਲੈ। ਤੁਮ ਨਾਨੋ ਸੋ ਹਮ ਗੁਰ ਤੇਰੇ, ਪ੍ਰਥਮ ਮਿਲਣ ਤੇ ਮੇਲ ਬਡੇਰੇ। ਤੂੰ ਨਾਨੂ ਹੈ ਤੇ ਮੈਂ ਬਾਬੇ ਨਾਨਕ ਦਾ 10ਵਾਂ ਰੂਪ ਹਾਂ, ਪਹਿਲੇ ਮਿਲਣ ਕਰਕੇ ਹੀ ਆਪਣਾ ਅੱਜ ਦੁਬਾਰਾ ਮੇਲ ਹੋਇਆ ਹੈ। ਮਿਲ ਬੇ ਭਾਣਾ ਹਤੇ ਹਮਾਰਾ, ਨਹੀਂ ਦੋਸ਼ ਤਵ ਪੁੱਤਰ ਮਜਾਰਾ। ਕੋਈ ਨਹੀਂ ਤੇਰੇ ਪੁੱਤਰ ਦੀ ਕੋਈ ਗਲਤੀ ਨਹੀਂ ਹੈਗੀ, ਇਹ ਤਾਂ ਸਾਡੇ ਮਿਲਣ ਦਾ ਕਾਰਨ ਬਣਨਾ ਸੀਗਾ। ਤੂੰ ਆਇਆ ਨਹੀਂ ਸੀਗਾ, ਤੇਰਾ ਪੁੱਤਰ ਕੱਲਾ ਆਇਆ ਸੀਗਾ।
ਇਹ ਤਾਂ ਆਪਣੇ ਮਿਲਣ ਦਾ ਇੱਕ ਬਹਾਨਾ ਸੀ, ਬਹਾਨਾ ਬਣਨਾ ਸੀਗਾ, ਕੋਈ ਗੱਲ ਨਹੀਂ। ਸੁਣਤ ਬਿਸੰਬਰ ਦਾਸ ਅਚੰਬਾ, ਹੱਥ ਬੰਦ ਕਰ ਕਹਿਤ ਅਦੰਬਾ। ਔਰ ਬਿਸ਼ੰਬਰ ਦਾਸ ਹੈਰਾਨ ਹੋ ਗਿਆ, ਫਿਰ ਪੁੱਛਦਾ ਹੈ ਹੱਥ ਬੰਨ ਕੇ। ਧਿਆਨ ਸਿੰਘ ਗਤ ਬਣਜ ਸੁਚਾਲਾ, ਭਈ ਸਪਦਾ ਸਕਲ ਬਿਸਾਲਾ। ਉਧਰ ਧਿਆਨ ਸਿੰਘ ਦੀ ਗੱਲ ਕਰੀਏ, ਜਿਹੜੀ ਮੈਂ ਮੋਹਰਾਂ ਦੀ ਗੱਲ ਕਰਦਾ ਜਾਂ ਸੋਹਣਾ ਨਿਕਲਿਆ, ਕਹਿੰਦੇ ਉਧਰ ਧਿਆਨ ਸਿੰਘ ਦੇ ਘਰ ਬੜੀ ਸੰਪਤੀ ਵੱਧ ਗਈ। ਇਸੇ ਤਰ੍ਹਾਂ ਹੀ ਧਿਆਨ ਸਿੰਘ ਦਾ ਜਿਹੜਾ ਸੀਗਾ ਅੱਗੇ ਚੱਲ ਕੇ ਚੰਗਾ ਕੰਮ ਚੱਲਿਆ ਔਰ ਉਹਦੇ ਘਰੇ ਵਾਧਾ ਹੋਣਾ ਸ਼ੁਰੂ ਹੋਇਆ ਜੀ। ਬਚਨ ਸਿਦਕੋ ਸੁਤ ਮਮ ਦੀਨਾ, ਅਬ ਚਾਹਤ ਹੋ ਸੋ ਮਮ ਲੀਨਾ। ਔਰ ਜਿਹੜਾ ਮੇਰਾ ਬਚਨ ਸੀ ਸਿਦਕ ਦਾ, ਪ੍ਰੇਮ ਦਾ, ਭਾਵ ਦਾ, ਉਹ ਤੇਰੇ ਪੁੱਤਰ ਨੇ ਧਿਆਨ ਸਿੰਘ ਨੂੰ ਦੇ ਦਿੱਤਾ ਜੀ। ਗੁਰ ਕਹਿ ਹਮ ਦੀਨੋ ਤੋਹੇ, ਬਿਨਾ ਟੋਟ ਜਿਸ ਤੇ ਤਨ ਹੋਏ। ਜਿਹੜਾ ਅਸੀਂ ਬਚਨ ਦਿੱਤਾ ਸੀ ਉਸ ਦੇ ਨਾਲ ਤੁਹਾਡੇ ਘਰ ਇੰਨਾ ਧਨ ਆਉਣਾ ਸੀ ਅਤੋਟ, ਜਿਸ ਦੀ ਟੋਟ ਨਹੀਂ ਸੀ ਆਉਣੀ। ਆਵੋ ਖਰਚ ਕਰੋ ਮਨ ਪਾਇਆ, ਦਿਨ ਪ੍ਰਤ ਸਭ ਕਿਛ ਵਧੇ ਸਵਾਇਆ। ਔਰ ਉਸ ਦੇ ਕਾਰਨ ਵਾਧਾ ਹੀ ਜਾਣਾ ਸੀ। ਕੌਣ ਜਾਣ ਜੇ ਨੀਤ ਵਿਸਾਲੇ, ਗਰਜ ਗਰਜ ਕਨ ਬਹੁ ਜਲ ਡਾਲੇ। ਔਰ ਅਸਲ ਦੇ ਵਿੱਚ ਕਹਿੰਦੇ ਇਹ ਪਰਮੇਸ਼ਰ ਦੀ ਨੇਤ ਹੁੰਦੀ ਹੈ, ਪਰਮੇਸ਼ਰ ਦੀ ਮਰਜ਼ੀ। ਕਹਿੰਦੇ ਇਹ ਪਰਮੇਸ਼ਰ ਦੀ ਹੀ ਮਰਜ਼ੀ ਹੈ। ਮਨ ਭਾਉਂਦਾ ਤੇਰੇ ਘਰ ਹੋਣਾ ਸੀਗਾ, ਅਸੀਂ ਤੁਹਾਨੂੰ ਦਿੱਤਾ ਹੈ, ਇਸ ਕਰਕੇ ਅੱਗੇ ਚੱਲੀਏ। ਤੂੰ ਪ੍ਰੇਮੀ ਇੱਕ ਸਮ ਹੀ ਜਾਣਾ, ਤੁਮ ਸੁਤ ਸ਼ਰਦਾਹੀਨ ਮਹਾਨਾ। ਤੈਨੂੰ ਮੈਂ ਜਾਣਦਾ ਹਾਂ, ਇਸੇ ਕਰਕੇ ਮੈਂ ਇਹ ਬਚਨ ਕੀਤਾ ਸੀ ਕਿਰਪਾ ਦਾ, ਪ੍ਰੇਮ ਦਾ, ਪਰ ਤੇਰੇ ਪੁੱਤਰ ਤੇ ਸ਼ਰਧਾ ਨਹੀਂ ਸੀ। ਸੇਵਾ ਭਾਵਨਾ ਤੁਮ ਮਹਿ ਜੈਸੇ, ਸਤਿਗੁਰ ਕਰੇ ਪ੍ਰਾਂਤ ਉਠ ਤੈਸੇ। ਔਰ ਜੇ ਇਹ ਪਹਿਲਾਂ ਦੀ ਤਰ੍ਹਾਂ ਸੇਵਾ ਭਾਵਨਾ ਸਤਿਗੁਰ ਦੀ ਪ੍ਰਾਂਤ ਉੱਠ ਕੇ ਅੰਮ੍ਰਿਤ ਵੇਲੇ ਕਰੇਗਾ। ਹਿਮ ਕੈ ਸ੍ਰੀ ਗੁਰ ਮੰਦਰ ਗਏ, ਖਾਨ ਪਾਨ ਕਰ ਨਿਸ਼ਾ ਬਿਤਾਏ। ਤਾਂ ਅੱਜ ਇੰਨੀ ਗੱਲਬਾਤ ਹੋਈ ਗੁਰੂ ਪਿਆਰਿਓ। ਕੁਝ ਇੱਥੇ ਜੀ ਲਿਖੇ ਹੋਏ ਨਹੀਂ ਬਚਨ, ਜਿਹੜੇ ਕਿ ਗਾਹਾਂ ਦੀ ਗਾਹਾਂ ਹਿਰਦੇ ਤੋਂ ਹਿਰਦੇ ਤੱਕ ਆ ਰਹੇ ਹਨ, ਗਾਹਾਂ ਦੀ ਗਾਹਾਂ ਸੁਣੇ ਹੋਏ ਮਹਾਂਪੁਰਸ਼ਾਂ ਦੇ ਕੋਲ। ਕਹਿੰਦੇ ਧਿਆਨ ਸਿੰਘ ਨੇ ਉਹ 10ਵਾਂ ਦਸੌਂਦ ਵੀ ਸਾਹਮਣੇ ਰੱਖ ਦਿੱਤਾ ਲਿਆ ਕੇ, ਜਿਹੜਾ ਉਸਨੇ ਕਹਾਣੀ ਵੀ ਦੱਸੀ ਜੀ, ਇਸ ਤਰ੍ਹਾਂ ਮੇਰੇ ਘਰ ਵਿੱਚ ਮਾਇਆ ਆ ਗਈ ਔਰ ਇਹ ਮੈਂ ਆਪ ਜੀ ਦਾ ਹਿੱਸਾ ਕੱਢ ਕੇ ਲਿਆਇਆ ਹਾਂ। ਨਾਲ ਹੀ ਇਹ ਬਚਨ ਚੱਲਿਆ ਬਈ ਮਹਾਰਾਜ ਅੱਜ ਜਿਹੜੇ ਸਿੱਖ ਹਨ ਤੁਹਾਡੇ ਹੁੰਦੇ ਹੋਏ ਤੁਹਾਡੇ ਬਚਨਾਂ ਦਾ ਭਰੋਸਾ ਨਹੀਂ ਕਰ ਰਹੇ, ਤੁਹਾਡੇ ਤੋਂ ਬਾਅਦ ਇਹਨਾਂ ਦਾ ਕੀ ਬਣੇਗਾ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਫਿਰ ਭਾਈ ਦੁਖੀ ਹੋਣਗੇ ਜਿਹੜਾ ਸਾਡੇ ਬਚਨਾਂ ਤੇ ਭਰੋਸਾ ਨਹੀਂ ਕਰੇਗਾ। ਤੋ ਇਸ ਤਰ੍ਹਾਂ ਫਿਰ ਬਚਨ ਦੀ ਗੱਲ ਚੱਲਦੀ ਆ। ਉਹ ਕਹਿਣ ਲੱਗੇ ਮਹਾਰਾਜ ਜੀ ਦੁਆਰਾ ਕਿਰਪਾ ਕਰ ਦਿਓ। ਪਾਤਸ਼ਾਹ ਕਹਿੰਦੇ ਕਿਰਪਾ ਇੱਕੋ ਵਾਰੀ ਹੋਇਆ ਕਰਦੀ ਆ, ਕਈ ਵਾਰੀ ਅੰਮ੍ਰਿਤ ਛਕਣ ਵਾਲੇ ਅੰਮ੍ਰਿਤ ਛਕ ਲੈਂਦੇ ਆ ਨਾ, ਫਿਰ ਕਿਸੇ ਜੀਵ ਦੇ ਸਵਾਦਾਂ ਪਿੱਛੇ ਜਾਂ ਕੋਈ ਵੱਡੀ ਗਲਤੀ ਕਰਕੇ ਉਸ ਅੰਮ੍ਰਿਤ ਨੂੰ ਭੰਗ ਕਰ ਲੈਂਦੀ ਆ, ਫਿਰ ਦੁਬਾਰਾ ਛਕਣ ਜਾਂਦੇ ਆ। ਦੁਬਾਰਾ ਛਕਣ ਜਾਣਾ ਜਿਹੜਾ ਉਹ ਤਾਂ ਇੱਕ ਸਜ਼ਾ ਦੀ ਨਿਆਈ ਆ। ਜਿਹੜੀ ਪਹਿਲੀ ਵਾਰ ਪੰਜ ਪਿਆਰੇ ਕਿਰਪਾ ਹੁੰਦੀ ਹੈ, ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਨਾ, ਉਹ ਅਲੱਗ ਚੀਜ਼ ਹੁੰਦੀ ਆ। ਔਰ ਧਿਆਨ ਸਿੰਘ ਜਿਹੜਾ ਹੁਣ ਉਸ ਨੂੰ ਇਸ ਬਾਰੇ ਪਤਾ ਹੈ, ਉਹ ਤਾਂ ਦੁਬਾਰਾ ਦਿੰਦਾ ਨਹੀਂ। ਤੇ ਗੁਰੂ ਸਾਹਿਬ ਜੀ ਮਹਾਰਾਜ ਵੀ ਕਹਿਣ ਲੱਗੇ ਇਹ ਕਿਰਪਾ ਇੱਕ ਵਾਰੀ ਹੋਇਆ ਕਰਦੀ ਆ, ਕੋਈ ਗੱਲ ਨਹੀਂ, ਤੁਹਾਨੂੰ ਹੋਰ ਜੁਗਤੀ ਦੱਸਦੇ ਹਾਂ। ਮਹਾਰਾਜ ਹੋਰ ਕੀ ਜੁਗਤੀ ਹੈ, ਤਾਂ ਉਹ ਅੱਗੇ ਫਿਰ ਹੁਣ ਚੱਲ ਪਿਆ ਅਧਿਆਇਆ ਅਰਦਾਸਾਂ ਬਾਰੇ ਵੀ। ਸਾਨੂੰ ਅਰਦਾਸ ਕਿਵੇਂ ਕਰਨੀ ਚਾਹੀਦੀ ਹੈ। ਪਾਤਸ਼ਾਹ ਕਹਿੰਦੇ ਤੁਸੀਂ ਅਰਦਾਸ ਕਰਿਆ ਕਰਿਓ, ਜਪਜੀ ਸਾਹਿਬ ਤੇ ਆਨੰਦ ਸਾਹਿਬ ਦਾ ਪੂਰਾ ਪਾਠ ਕਰਕੇ ਦੇਗ ਬਣਾ ਕੇ ਅਰਦਾਸ ਕਰ ਦਿਆ ਕਰੋ, ਤੁਹਾਡਾ ਕੰਮ ਚੱਲ ਪਿਆ ਕਰੇਗਾ। ਖੈਰ ਆਪਾਂ ਅੱਗੇ ਚੱਲਦੇ ਹਾਂ, ਜੋ ਲਿਖਿਆ ਭਾਈ ਸਾਹਿਬ ਜੀ ਨੇ ਸਰਵਣ ਕਰੀਏ ਜੀ ਦੋਹਰਾ। ਸਤਿਗੁਰ ਆਏ ਸਭਾ ਮੈਂ ਸਿੱਖਨ ਸ੍ਰੀ ਗ੍ਰੰਥ। ਤਾਂ ਉਸ ਦਿਨ ਤਾਂ ਇੰਨੀ ਗੱਲਬਾਤ ਹੋਈ ਤੇ ਪਾਤਸ਼ਾਹ ਜੀ ਨੇ ਦੀਵਾਨ ਦੀ ਸਮਾਪਤੀ ਕਰਕੇ ਆਪਣੇ ਮਹਿਲਾਂ ਵਿੱਚ ਜਾਣਾ ਕੀਤਾ। ਦੂਸਰੇ ਦਿਨ ਦੀਵਾਨ ਸਜਿਆ ਤੇ ਸਤਿਗੁਰੂ ਪਾਤਸ਼ਾਹ ਦੀਵਾਨ ਵਿੱਚ ਆਏ ਤੇ ਹਰਗੋਪਾਲ ਬਿਸ਼ੰਬਰ ਦਾਸ ਧਿਆਨ ਸਿੰਘ ਆਦਿ ਇਹ ਸਾਰੇ ਹਜ਼ੂਰੀ ਵਿੱਚ ਬੈਠੇ ਬਚਨ ਸ਼ੁਰੂ ਕੀਤੇ ਜੇ। ਸਿੱਖ ਬਣਿਆ ਤਬ ਨਮੋ ਕਰ, ਤੇਰਿਓ ਨਿਕਟ ਭਗਵੰਤ। ਔਰ ਉਹ ਹਰਗੋਪਾਲ ਅਤੇ ਬਿਸ਼ੰਬਰ ਦਾਸ ਬਾਣੀਆ ਸੇਠ
ਸਤਿਗੁਰਾਂ ਦੇ ਨੇੜੇ ਬੈਠੇ ਹਨ। ਸ੍ਰੀ ਮੁਖ ਤੇ ਗੁਰ ਮ੍ਰਿਦੁਲ ਬਖਾਨੇ, ਕਹੋ ਸਿੱਖਾ ਇੱਛਾ ਕਿਆ ਠਾਨੇ। ਔਰ ਪਾਤਸ਼ਾਹ ਜੀ ਮਿੱਠੇ ਬਚਨਾਂ ਵਿੱਚ ਕਹਿਣ ਲੱਗੇ, ਹਾਂ ਸਿੱਖਾ ਦੱਸ ਤੈਨੂੰ ਕੀ ਚਾਹੀਦਾ। ਹਮ ਪਗ ਕੋ ਨਿਰਮਲ ਸਿੱਖਿਆ ਹੈ, ਦਿਸ਼ ਦੱਖਣ ਮੇ ਇੱਕ ਤੁਰ ਹੈ। ਔਰ ਦੱਖਣ ਵਾਲੇ ਪਾਸੇ ਵੱਲ ਉਜੈਨ ਇਧਰ ਨੂੰ ਹੀ ਹੈ ਨਾ, ਜੈਪੁਰ ਤੋਂ ਪਰੇ ਇਹ ਸਾਰਾ ਦੱਖਣ ਵਾਲਾ ਪਾਸਾ ਹੈ। ਪਾਤਸ਼ਾਹ ਕਹਿੰਦੇ ਤੂੰ ਸਾਡਾ ਨਿਰਮਲ ਸਿੱਖ ਹੈ, ਪਵਿੱਤਰ ਸਿੱਖ ਹੈ, ਜੋ ਪਹਿਲੇ ਗੁਰੂਆਂ ਤੋਂ ਚੱਲਦਾ ਆ ਰਿਹਾ ਹੈ। ਦੱਖਣ ਵਿਖੇ ਸਿੱਖਿਆ ਥੋਰੇ, ਤੁਮ ਸੰਸਰ ਤੈ ਕੋਹੇ ਨ ਔਰੇ। ਦੱਖਣ ਵੱਲ ਸਾਡੇ ਬਹੁਤ ਥੋੜੇ ਸਿੱਖ ਹਨ, ਪਰ ਤੇਰੇ ਵਰਗੇ ਬਹੁਤ ਘੱਟ ਨੇ। ਪ੍ਰਭ ਕਰ ਜੋਰ ਬਿਸੰਬਰ ਦਾਸ, ਗੁਰੂ ਪਾਸ ਸਿਮ ਕਰਿਓ ਪ੍ਰਕਾਸ਼। ਤਾਂ ਬਿਸ਼ੰਬਰ ਦਾਸ ਨੇ ਹੱਥ ਬੰਨ ਕੇ ਬੇਨਤੀ ਕੀਤੀ ਹੈ, ਪ੍ਰਭ ਜੀ ਦਾਰਿਦ ਪਾ ਕਰ ਮੋਰੇ, ਸਕਲ ਪਦਾਰਥ ਹੱਥ ਪੈ ਥੋਰੇ। ਹੁਣ ਦੱਸ ਤੂੰ ਕੀ ਚਾਹੁੰਦਾ ਮਹਾਰਾਜ? ਮੈਂ ਕੀ ਚਾਹੁੰਦਾ? ਮੇਰੇ ਘਰੇ ਕੰਗਾਲੀ ਸ਼ੁਰੂ ਹੋ ਗਈ ਆ, ਕੋ ਸਤਨਾਮ। ਦਲਿਦਰੀ ਆਉਣੀ ਸ਼ੁਰੂ ਹੋ ਗਈ ਹੈ, ਗਰੀਬੀ ਆ ਗਈ ਹੈ, ਸਾਰੇ ਘਰ ਦੇ ਪਦਾਰਥ ਖਤਮ ਹੋਣ ਲੱਗੇ ਹਨ। ਪੂਰਬ ਕਰੋ ਸੰਪਦਾ ਭਾਰੇ, ਪਿੱਛੇ ਪੁੱਛੋ ਮਮਤਾ ਟਾਰੇ। ਪਹਿਲਾਂ ਤਾਂ ਘਰ ਵਿੱਚ ਮਹਾਰਾਜ ਖਾਣ ਪੀਣ ਦਾ ਸਮਾਨ ਹੋਣਾ ਚਾਹੀਦਾ ਨਾ। ਪਹਿਲਾਂ ਤਾਂ ਮੇਰੇ ਕਿਰਪਾ ਕਰਕੇ ਉਹਦੀ ਕਿਰਪਾ ਕਰੋ ਕਿ ਮਹਾਰਾਜ ਘਰੇ ਗਰੀਬੀ ਆ ਗਈ ਆ, ਉਸ ਨੂੰ ਕੰਗਾਲੀ ਨੂੰ ਦੂਰ ਕਰੋ। ਔਰ ਫਿਰ ਮੈਂ ਸੰਸਾਰੀ ਮੋਹ ਮਮਤਾ ਤੋਂ ਉੱਚਾ ਉੱਠ ਕੇ ਤੁਹਾਡੇ ਨਾਲ ਅਧਿਆਤਮਕ ਗੱਲ ਵੀ ਕਰਾਂਗਾ। ਸੁਣ ਕਰ ਸ੍ਰੀ ਸਤਿਗੁਰ ਮੁਸਕਾਏ, ਵਧੇ ਸੰਪਦਾ ਤਥਾ ਬਤਾਏ। ਪਾਤਸ਼ਾਹ ਕਹਿੰਦੇ ਸੁਣ ਫਿਰ ਤੁਹਾਡੇ ਘਰ ਵਿੱਚ ਦੁਬਾਰਾ ਇਹ ਸੰਪਤਾ, ਇਹ ਸੰਪਤੀ ਭਾਵ ਦੁਬਾਰਾ ਫਿਰ ਕਿਵੇਂ ਵਾਧਾ ਹੋ ਸਕਦਾ ਹੈ, ਕਿਵੇਂ ਕੰਗਾਲੀ ਗਰੀਬੀ ਦੂਰ ਹੋਵੇਗੀ। ਦਰਸ਼ਨ ਕਰ ਕਰ ਜੈ ਹੋ ਜਬ ਹੋ, ਕਰੋ ਕਰਾ ਪ੍ਰਸਾਦ ਤੋਂ ਤਬ ਹੋ। ਹਾਂ, ਜਦੋਂ ਵੀ ਸਮਾਂ ਲੱਗੇ ਦਰਸ਼ਨ ਕਰਨ ਆਇਆ ਕਰ, ਸਾਨੂੰ ਮਿਲਣ ਆਇਆ ਕਰ। ਔਰ ਘਰ ਦੇ ਵਿੱਚ ਕੜਾ ਪ੍ਰਸ਼ਾਦ ਬਣਾ ਕਰਕੇ ਉਪਰ ਛਾਦ ਵਸਤਰ ਕੋ ਦੀਜੈ, ਪਾਠ ਆਨੰਦ ਤੀਨ ਕਰ ਲੀਜੈ। ਔਰ ਉਸ ਦੇ ਉੱਪਰ ਕੱਪੜੇ ਨਾਲ ਢੱਕ ਕਰਕੇ ਦੇਗ ਬਣਾ ਕੇ ਕੜਾਹੀ ਚੋਂ ਕੱਢ ਕੇ ਬਰਤਨ ਵਿੱਚ ਪਾ ਕੇ ਉਹਨੂੰ ਥੋੜੀ ਠੰਡੀ ਕਰਕੇ ਉਹਨੂੰ ਕੱਪੜੇ ਨਾਲ ਢੱਕ ਕੇ ਉਹਦੇ ਕੋਲ ਬੈਠ ਕਰਕੇ ਆਨੰਦ ਸਾਹਿਬ ਦਾ ਇਹਨੇ 3 ਪਾਠ ਲਿਖੇ ਹੈ, ਤੇ ਇੱਕ ਤਾਂ ਲਿਖਿਆ ਸੀਗਾ ਕਿ ਪੂਰਾ ਆਨੰਦ ਸਾਹਿਬ। ਚਲੋ ਜਿਵੇਂ ਲਿਖਿਆ ਹੈ, ਭਾਈ ਸਾਹਿਬ ਜੀ ਕਹਿੰਦੇ ਗੁਰੂ ਸਾਹਿਬ ਕਹਿਣ ਲੱਗੇ 3 ਵਾਰੀ ਆਨੰਦ ਸਾਹਿਬ ਦਾ ਪਾਠ ਕਰੋ ਜੀ। ਪ੍ਰਥਮ ਪੜੋ ਜਪ ਬੈਠੋ ਪਾਸ, ਸਤਿਗੁਰ ਹਿਤ ਦੇਹੋ ਪੰਚ ਗਿਰਾਸ। ਪਹਿਲਾਂ ਜਪਜੀ ਸਾਹਿਬ ਕਰਨਾ, ਫਿਰ ਆਨੰਦ ਸਾਹਿਬ ਕਰਨਾ ਪੂਰਾ 40 ਪੌੜੀਆਂ ਦਾ। ਇਹ ਕਰਕੇ ਫਿਰ ਉਸ ਦੇ ਕੋਲ ਬੈਠ ਕੇ ਕਰਨਾ, ਔਰ ਫਿਰ ਅਰਦਾਸ ਕਰਕੇ ਸਤਿਗੁਰ ਹਿਤ ਦੇਹੋ ਪੰਚ ਗਿਰਾਸ, ਭਾਵ 5 ਪਿਆਰਿਆਂ ਦਾ ਕੱਢ ਕੇ, ਗਿਰਾਸ ਹੁੰਦਾ ਹਿੱਸਾ ਛਾਂਦਾ, ਗਿਰਾਸ ਬੁਰਕੀ ਨੂੰ ਵੀ ਕਹਿੰਦੇ ਆ। 5 ਪਿਆਰਿਆਂ ਦਾ ਭੋਗ ਲਾ ਕੇ ਪ੍ਰਸ਼ਾਦ ਕੱਢ ਕੇ ਪੰਜ ਸਿੱਖ ਕੋ ਕਰੋ ਚਾਵਨਾ, ਤਨ ਮਨ ਤੇ ਹੈ ਵਿਕੇ ਥਿਵਤਾਵਨਾ। ਔਰ 5 ਸਿੱਖਾਂ ਨੂੰ ਕੋਲ ਬਿਠਾ ਕੇ ਜਾਂ ਬੁਲਾ ਕੇ ਅਰਦਾਸ ਬੇਨਤੀ ਕਰਕੇ ਉਹ 5 ਪਿਆਰਿਆਂ ਦਾ 5 ਸਿੱਖਾਂ ਨੂੰ ਛਕਾ ਕਰਕੇ ਵਾਕੀ ਵਰਤਾਉਣਾ ਕਰੋ। ਤਨ ਮਨ ਤੇ ਹੋਵੇ ਕੇ ਥਿਤ ਪਾਵਨ, ਸਰੀਰ ਕਰਕੇ ਤੇ ਮਨ ਕਰਕੇ ਪਵਿੱਤਰ ਹੋ ਕੇ, ਭਾਵ ਮਨ ਦੇ ਵਿੱਚ ਵੀ ਕੋਈ ਐਸਾ ਫੁਰਨਾ ਨਾ ਹੋਵੇ, ਤੇ ਸਰੀਰ ਕਰਕੇ ਇਸ਼ਨਾਨ ਆਦਿ ਕਰਕੇ ਕਿਰਿਆ ਸੋਧ ਕੇ ਸਰੀਰਕ ਕਹਿਣ ਲੱਗੇ ਫਿਰ ਇਹ ਕੰਮ ਕਰੋ। ਰਹਿਤੇ ਅਰਦਾਸ ਭੇਵ ਜੋ ਜਾਣੈ, ਕਿਆ ਕਰ ਹੈ ਤਬ ਮੰਤਰ ਮਹਾਨੈ। ਔਰ ਜਿਸ ਦੇ ਕੋਲ ਅਰਦਾਸ ਬੇਨਤੀ ਦੀ ਤਾਕਤ ਹੈ, ਇਹਦੇ ਸਾਹਮਣੇ ਵੱਡੇ ਵੱਡੇ ਮੰਤਰ ਵੀ ਨਹੀਂ ਅੜ ਸਕਦੇ। ਕਈ ਵਾਰੀ ਸੰਸਾਰ ਕਹਿੰਦਾ ਨਾ, ਇਹ ਜੀ ਸਾਡਾ ਕਿਸੇ ਨੇ ਗਵਾਂਢੀਆਂ ਨੇ ਕਰਿਆ ਕਰਾਇਆ, ਸਾਡਾ ਨੁਕਸਾਨ ਹੋਈ ਜਾਂਦਾ, ਪੁੱਠੇ ਪਾਸੇ ਵੀ ਚੱਲ ਪੈਂਦੇ ਆ। ਤਾਂ ਗੁਰੂ ਸਾਹਿਬ ਜੀ ਕਹਿ ਰਹੇ ਹਨ ਕਿ ਗੁਰੂਆਂ ਤੋਂ ਵੱਡੀ ਅਰਦਾਸ ਤੇ ਅਰਦਾਸ ਤੋਂ ਵੱਡਾ ਕੋਈ ਵੀ ਨਹੀਂ ਹੈ। ਕਹੋ ਸਤਿਨਾਮ। ਇਸ ਕਰਕੇ ਇਸ ਅਰਦਾਸ ਦੇ ਸਾਹਮਣੇ ਕੋਈ ਕੰਗਾਲੀ ਗਰੀਬੀ ਨਹੀਂ ਅੜੇਗੀ। ਰਹਿਤੇ ਅਰਦਾਸ ਜੀ ਜਾਣੀਏ, ਕਿਆ ਕਰ ਹੈ ਤਬ ਮੰਤ। ਔਰ ਜਿਸ ਦੇ ਕੋਲ ਅਰਦਾਸ ਹੈ, ਜਿਸ ਦੇ ਕੋਲ ਰਹਿਤ ਬਹਿਤ ਹੈ, ਰਹਿਣੀ ਰਹੇ ਸੋਈ ਸਿੱਖ ਮੇਰਾ, ਸੋ ਸਾਹਿਬ ਮੈਂ ਤਿਸਕਾ ਚਿਹਰਾ। ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾ ਖਾਵੇ। ਇੱਥੇ ਜਿਹਦੇ ਕੋਲੇ ਰਹਿਤ ਹੈ, ਭਾਵ ਜਿਹੜਾ ਮੇਰੀ ਸਿੱਖੀ ਦੇ ਵਿੱਚ ਪੂਰਾ ਹੈ। ਕਹੋ ਸਤਿਨਾਮ।
ਜਿਸ ਦੇ ਕੋਲ ਰਹਿਤ ਹੈ, ਅਰਦਾਸ ਹੈ, ਉਸ ਦੇ ਸਾਹਮਣੇ ਸੰਸਾਰ ਦਾ ਕੋਈ ਵੀ ਮੰਤਰ ਨਹੀਂ ਅੜੇਗਾ। ਇਸ ਕਰਕੇ ਮੂਲ ਮੰਤਰ ਦੇ ਵਿੱਚ ਵੀ ਬੜੀ ਤਾਕਤ ਹੈ। ਇਹਦੇ ਪ੍ਰਥਾਏ ਵੀ ਬਹੁਤ ਸਾਰੀਆਂ ਸਾਖੀਆਂ ਹਨ। ਗੁਰੂ ਪਿਆਰੇ, ਮਨੋਬਿਰਤੀਆਂ ਉੱਥੇ ਹੀ ਰੱਖੀਏ। ਪਾਤਸ਼ਾਹ ਜੀ ਕਹਿੰਦੇ, ਜਪ ਪ੍ਰਯੋਗ ਅਰ ਸਿੱਧਤਾ ਸਿੱਖ ਅਰਦਾਸ ਸਿੱਧ ਸੰਤ। ਕਹਿੰਦੇ ਜਪਜੀ ਸਾਹਿਬ ਦਾ ਪਾਠ ਹੈ ਜਿਹੜਾ, ਇਹ ਸਾਰੇ ਮੰਤਰਾਂ ਤੋਂ ਵੱਡਾ ਮੰਤਰ ਹੈ। ਜਪ ਪ੍ਰਯੋਗ ਅਰ ਸਿੱਧਤਾ ਭਾਵ ਜਿਸ ਨੇ ਜਪਜੀ ਸਾਹਿਬ ਦਾ ਪਾਠ ਰੋਜ਼ਾਨਾ ਜਿਹੜਾ ਕਰਦਾ ਨੇਮ ਦੇ ਨਾਲ, ਔਰ ਜਪ ਪ੍ਰਯੋਗ ਅਰ ਸਿੱਧਤਾ ਸਿੱਖ ਅਰਦਾਸ ਸਿੱਧ ਸੰਤ। ਸਿੱਖ ਦੀ ਅਰਦਾਸ ਵੱਡੇ ਸੰਤਾਂ ਦੀ ਵਰਗੀ ਹੈ, ਔਰ ਜਪਜੀ ਸਾਹਿਬ ਦਾ ਪਾਠ ਸਭ ਤੋਂ ਵੱਡਾ ਮੰਤਰ ਹੈ। ਗੁਰਸਿੱਖੀ ਦੇ ਵਿੱਚ ਕੋਈ ਪੁੱਛ ਲਵੇ ਕਿਹੜੇ ਕਿਹੜੇ ਮੰਤਰ ਹਨ? 3 ਮੰਤਰ ਹਨ। ਇੱਕ ਗੁਰਮੰਤਰ ਹੈ, ਇੱਕ ਮੂਲ ਮੰਤਰ ਹੈ, ਇੱਕ ਮਾਲਾ ਮੰਤਰ ਹੈ। ਗੁਰਮੰਤਰ ਵਾਹਿਗੁਰੂ ਹੈ, ਮੂਲ ਮੰਤਰ ਗੁਰੂ ਪਿਆਰਿਓ ਇੱਕ ਓਂਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ, ਔਰ ਜਿਹੜਾ ਮਾਲਾ ਮੰਤਰ ਹੈ ਜਪਜੀ ਸਾਹਿਬ ਦਾ ਪਾਠ ਹੈ। ਜਿਨ੍ਹਾਂ ਦੇ ਕੋਲ ਇਹ ਮੰਤਰ ਹਨ ਉਹਨਾਂ ਨੂੰ ਕੋਈ ਵੀ ਮੰਤਰ ਕੁਛ ਕਰ ਨਹੀਂ ਸਕਦਾ, ਉਹ ਤੇ ਚੱਲ ਨਹੀਂ ਸਕਦਾ। ਤਾਂ ਸਿੱਖ ਬਣ ਜੁਗੁਰ ਧਰਮ ਕੋ ਸਤਿਗੁਰ ਦੇਵੇ ਲਾਭ। ਜਿਸ ਸਿੱਖ ਦੇ ਕੋਲ ਇਹ ਚੀਜ਼ ਹੈ ਉਸ ਨੂੰ ਵਪਾਰ ਦੇ ਵਿੱਚ ਕਦੇ ਵੀ ਘਾਟਾ ਨਹੀਂ ਪਵੇਗਾ, ਸਤਿਗੁਰੂ ਉਸ ਨੂੰ ਲਾਭ ਦੇਵੇਗਾ। ਬੋਲ ਬੁਲਾਵੇ ਸੰਗਤੇ ਦੇ ਕਰਾਹ ਕੀ ਸਾਂਭ। ਬੋਲ ਬੁਲਾਵੇ ਸੰਗਤੀ ਭਾਵ ਸੰਗਤ ਨੂੰ ਬੁਲਾ ਲਵੇ। ਕਈ ਵਾਰੀ ਅਗਲਾ ਕਹਿੰਦਾ ਬਾਬਾ ਜੀ ਅਸੀਂ ਇਕੱਲਿਆਂ ਨੇ ਆਪ ਦੀ ਆਪ ਹੀ ਘਰੇ ਪਾਠ ਕਰਾਉਣਾ, ਕੋਈ ਸੱਦਣਾ ਨਹੀਂ ਕਿਸੇ ਨੂੰ। ਮਤਲਬ ਇਹ ਖਿਆਲ ਹੈ ਵੀ ਯਾਰ ਕਿੱਥੇ ਆਉਣਗੇ, ਭਾਂਡੇ ਫਿਰ ਸਮਾਨ ਤਿਆਰ ਕਰਨਾ ਪਊ ਛਕਣ ਛਕਾਉਣ ਦਾ। ਬਾਬਾ ਜੀ ਕਹਿੰਦੇ ਸੰਗਤ ਨੂੰ ਬੁਲਾ ਕੇ ਸੰਗਤ ਵਿੱਚ ਅਰਦਾਸ ਕਰੋ, ਜਲ ਪਾਣੀ ਛਕਾਓ ਸੰਗਤ ਨੂੰ ਵੀ, ਕਹੋ ਸਤਿਨਾਮ। ਇਸ ਕਰਕੇ ਸੰਗਤ ਨੂੰ ਬੁਲਾ ਕਰਕੇ ਕੜਾਹ ਪ੍ਰਸ਼ਾਦ ਬਣਾ ਕੇ 5 ਸਿੱਖਾਂ ਤੋਂ ਅਰਦਾਸ ਕਰਾ ਕੇ ਪੂਰਾ ਜਪਜੀ ਸਾਹਿਬ ਪੂਰਾ ਆਨੰਦ ਸਾਹਿਬ ਪੜ੍ਹ ਕੇ, ਕਈ ਵਾਰੀ ਖੰਡ ਪਾਠ ਵੀ ਆਪਾਂ ਆਰੰਭ ਕਰਦੇ ਆ ਨਾ। ਨਿਤ ਗੁਰੂ ਪਿਆਰਿਓ ਜਿਹੜਾ ਹੈ ਅਸੀਂ ਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਅਖੰਡ ਪਾਠ ਆਰੰਭ ਕਰਨ ਵੇਲੇ ਵੀ ਸਾਨੂੰ ਪੂਰਾ ਆਨੰਦ ਸਾਹਿਬ ਤੇ ਪੂਰਾ ਜਪਜੀ ਸਾਹਿਬ ਪੜ੍ਹ ਕੇ ਫੇਰ ਦੇਗ ਵਰਤਾਉਣੀ ਚਾਹੀਦੀ ਆ, ਕੋ ਸਤਿਨਾਮ। ਪਰ ਹੌਲੀ ਹੌਲੀ ਅਸੀਂ ਜਿਹੜਾ ਹੈ ਟਾਈਮ ਘਟਾਉਂਦੇ ਜਾ ਰਹੇ ਹਾਂ ਨੇਮ ਦਾ ਬਾਣੀ ਦਾ। ਗੁਰੂ ਕਿਰਪਾ ਕਰਨ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਕੋਲ ਇਹ ਚੀਜ਼ ਹੈ ਉਹਨਾਂ ਨੂੰ ਗੁਰੂ ਫਿਰ ਕਦੇ ਵੀ ਘਾਟਾ ਨਹੀਂ ਪੈਣ ਦਿੰਦਾ ਜੀ। ਸੁਨ ਬੋਲਿਓ ਸਿੱਖ ਗੁਰੂ ਜੀ ਦੇਸ਼ ਹਮਾਰਾ ਕਠਨ। ਤਾਂ ਬਿਸ਼ੰਬਰ ਦਾਸ ਕਹਿਣ ਲੱਗਿਆ ਮਹਾਰਾਜ ਸਾਡਾ ਜਿਹੜਾ ਦੇਸ਼ ਹੈ ਸਾਡਾ ਇਲਾਕਾ ਹੈ ਬੜਾ ਸਖਤ ਹੈ। ਸਭ ਅਰਦਾਸ ਕੋ ਭੇਵ ਕਹੋ ਜੋ ਸਿੱਖਨ ਸੋ ਸਦਨ। ਔਰ ਕਿਰਪਾ ਕਰੋ ਅਰਦਾਸ ਦੀ ਗੱਲ ਚੱਲੀ ਹੈ ਹੁਣ, ਅਰਦਾਸ ਦੇ ਬਾਰੇ ਚੰਗੀ ਤਰ੍ਹਾਂ ਸਾਨੂੰ ਸਮਝਾ ਦਿਓ ਮਹਾਰਾਜ। ਸਿੱਖ ਇੱਕ ਪੁੱਛਦਾ ਹੈ ਕਈਆਂ ਦਾ ਭਲਾ ਹੁੰਦਾ। ਇੱਕ ਦਿਨ ਮਰਦਾਨਾ ਬਾਬੇ ਨਾਨਕ ਨੂੰ ਕਹਿਣ ਲੱਗਿਆ ਬਾਬਾ ਜੀ ਮੈਂ ਵੀ ਮੂਰਖ ਹੀ ਹਾਂ। ਬਾਬਾ ਜੀ ਕਹਿੰਦੇ ਕਿਉਂ? ਮਹਾਰਾਜ ਸੋਨੂੰ ਲੋਕ ਇੰਨਾ ਮੰਨਦੇ ਆ, ਮੈਂ ਸੋਨੂੰ ਪ੍ਰਸ਼ਨਾਂ ਤੇ ਪ੍ਰਸ਼ਨ ਪੁੱਛੀ ਜਾਂਦਾ, ਕਈ ਵਾਰੀ ਗੁੱਸੇ ਹੋ ਜਾਂਦਾ, ਕਈ ਵਾਰੀ ਲੜ ਪੈਂਦਾ, ਤੇ ਤੁਹਾਨੂੰ ਗੁੱਸਾ ਨਹੀਂ ਆਉਂਦਾ ਮੇਰੇ ਤੇ? ਕਹੋ ਸਤਿਨਾਮ। ਗੁਰੂ ਨਾਨਕ ਪਾਤਸ਼ਾਹ ਹੱਸ ਕੇ ਕਹਿੰਦੇ ਮਰਦਾਨਿਆ ਮੈਂ ਇਹ ਗੱਲ ਘਰੋਂ ਹੀ ਮੰਨ ਕੇ ਚੱਲਿਆ, ਤੈਨੂੰ ਘਰੋਂ ਹੀ ਬਖਸ਼ ਕੇ ਤੁਰਿਆ ਕਿ ਮਰਦਾਨਾ ਜੋ ਪੁੱਛੀ ਜਾਵੇ ਮੈਂ ਉਹਦਾ ਜਵਾਬ ਦੇ ਹੀ ਜਾਣਾ ਹੈ, ਕਦੇ ਗੁੱਸਾ ਨਹੀਂ ਕਰਨਾ। ਕਿਉਂਕਿ ਮਰਦਾਨਿਆ ਤੇਰੇ ਸਵਾਲ ਤੇ ਮੇਰੇ ਜਵਾਬ ਇਹ ਸਾਰੇ ਆਉਣ ਵਾਲੇ ਸਮੇਂ ਵਿੱਚ ਸੰਗਤਾਂ ਦੇ ਵੀ ਹੋਣਗੇ। ਕਹੋ ਸਤਿਨਾਮ। ਫਿਰ ਉਹਨਾਂ ਨੂੰ ਕੌਣ ਦੱਸੂਗਾ? ਇਹ ਲਿਖਤ ਵਿੱਚ ਆ ਜਾਣਗੇ ਔਰ ਫਿਰ ਸਿੱਖ ਸੰਗਤਾਂ ਦੇ ਸਵਾਲਾਂ ਦਾ ਹੱਲ ਅਸੀਂ ਲਿਖਤ ਵਿੱਚੋਂ ਲੈ ਸਕਦੇ ਹਾਂ। ਕਹੋ ਸਤਿਨਾਮ। ਤੋ ਇਸ ਕਰਕੇ ਇਹ ਕਹਿਣ ਲੱਗਿਆ ਜੀ ਕਿਰਪਾ ਕਰੋ ਅਰਦਾਸ ਦੇ ਬਾਰੇ ਚੰਗੀ ਤਰ੍ਹਾਂ ਸਾਨੂੰ ਸਮਝਾਉਣਾ ਕਰੋ ਤਾਂ ਕਿ ਹੋਰ ਸਿੱਖਾਂ ਦਾ ਵੀ ਭਲਾ ਹੋਵੇ ਜੀ। ਸਤਿਗੁਰ ਬੋਲੇ ਸਿੱਖ ਸੁਣ ਕਰੋ ਕੜਾ ਪ੍ਰਸਾਦ। ਹੁਣ ਸਤਿਗੁਰੂ ਪਾਤਸ਼ਾਹ ਜੀ ਅੱਗੇ ਨਾ ਅਰਦਾਸ ਬਾਰੇ ਦੱਸਦੇ ਆ ਵੀ ਅਰਦਾਸ ਕਿਵੇਂ ਕਰਨੀ ਚਾਹੀਦੀ ਹੈ। ਸਮਾਪਤੀ ਦੇ ਨੇੜੇ ਹੀ ਆ। ਕਹਿੰਦੇ ਕੜਾਹ ਪ੍ਰਸ਼ਾਦ ਬਣਾ ਲਓ ਜੀ। ਹੋਏ ਨਾ ਆਏ ਜੇ ਸਿੱਖ ਤੇ ਗੁੜ ਦਾਣਾ ਫਲਿਆਦ। ਜੇ ਕੜਾਹ ਪ੍ਰਸ਼ਾਦ ਨਾ ਬਣ ਸਕੇ ਤਾਂ ਫਲ ਫਰੂਟ ਗੁੜ ਦਾ ਪ੍ਰਸ਼ਾਦ। ਪੁਰਾਣੇ ਸਮੇਂ ਆਪਾਂ ਘਰ ਦੀ ਨਿਉ ਰੱਖਣ ਵੇਲੇ ਗੁੜ ਹੀ ਵਰਤਾਉਂਦੇ ਸੀ। ਮੁੰਡਾ ਪੈਦਾ ਹੋਇਆ, ਬੱਚਾ ਪੈਦਾ ਹੋਇਆ, ਲੜਕੀ ਪੈਦਾ ਹੋਈ, ਗੁੜ ਹੀ ਵਰਤਾਉਂਦੇ ਸੀ। ਕੋ ਸਤਨਾਮ। ਇਸ ਕਰਕੇ ਪਾਤਸ਼ਾਹ ਕਹਿੰਦੇ
ਦਾਣੇ ਫਲ ਜਾਂ ਗੁੜ ਦਾ ਪ੍ਰਸ਼ਾਦ ਮੰਨ ਲਓ ਜੀ। ਸੁਚ ਪਵਿੱਤਰ ਸਭ ਦਿਵਸ ਮੈਂ ਸੰਤ ਸਾਧ ਮੁਖ ਜਾਪ। ਔਰ ਕੋਈ ਕਿਸੇ ਬ੍ਰਾਹਮਣ ਦੇ ਕੋਲੋਂ ਮਹੂਰਤ ਕਢਾਉਣ ਦੀ ਲੋੜ ਨਹੀਂ। ਸੁੱਚਤਾ ਨਾਲ ਸਾਰੇ ਦਿਨ ਹੀ ਚੰਗੇ ਹੁੰਦੇ ਹਨ। ਨਾਮ ਪ੍ਰਤਾਪ ਤੇ ਚਾਜ ਸਰ ਸੁਣ ਅਰਦਾਸ ਕਲਾਪ। ਔਰ ਸਾਧੂ ਸੰਤਾਂ ਦੇ ਮੁਖੋਂ ਭਾਵ ਨਾਮ ਜਪਣ ਵਾਲਿਆਂ ਦੇ ਮੁਖੋਂ ਇਹ ਬਾਣੀ ਸੁਣ ਕਰਕੇ ਸਭ ਸੁੱਚਾ ਹੋ ਜਾਂਦਾ ਹੈ। ਨਾਮ ਦਾ ਪ੍ਰਤਾਪ ਹੈ, ਸਾਰੇ ਕਾਰਜ ਸਰ ਜਾਂਦੇ ਹਨ। ਅਰਦਾਸ ਕਰਿਆ ਕਰੋ। ਅੱਗੇ ਅਰਦਾਸ ਦੇ ਬਾਰੇ ਸਾਲੀ ਸਾਖੀ ਚੱਲ ਪਈ ਹੈ। ਇਹਦੀਆਂ ਵਿਚਾਰਾਂ ਆਪਾਂ ਅਗਲੇ ਦਿਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनाश, हे पूरन हे सर्व पंचन गुणितास, हे संगी हे निरंकार, हे निर्गुण सब टेक, हे गोविंद हे गुण निधान, जाके सदा विवेक, हे अपरंपर हर हरे हो बनहार, हे संत कै सदा संग, निदारा आधार, हे ठाकुर हों दासरो, निर्गुण गुण नहीं कोई, नानक दीजै नाम दान, होइए परोए, आए प्रभ शरणागति, कृपा नित दयाल, एक अखर हर मन बसत, नानक होत निहाल, एक ओंकार सतगुरु, प्रसाद सच होए, वाहिगुरु जी की फतेह विघ्न है, विनाशन सोए, वाहिगुरु जी की फतेह विघ्न है, विनाशन सोए। वाहिगुरु जी का खालसा, वाहिगुरु जी की फतेह। बहुत बहुत धन्यवाद। ਸਰਬੱਤ ਸੰਗਤ ਨੇ ਹਾਜ਼ਰੀਆਂ ਭਰੀਆਂ, ਪੂਜਾ ਸਰਵਣ ਕੀਤਾ, ਪਾਤਸ਼ਾਹ ਖੁਸ਼ੇ ਬਖਸ਼ਣ। ਆਓ ਕੀਰਤਨ ਸਰਵਣ ਕਰੀਏ ਜੀ। ਬਲਾ ਫਤਿਹ ਪਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ